जय भीम, नमो बुद्धाय, जय गुरुदेव। ਸਾਂਝੀਆਂ ਵਿਚਾਰਾਂ ਪ੍ਰੋਗਰਾਮ ਵਿੱਚ ਆਪ ਜੀ ਦਾ ਸਵਾਗਤ ਹੈ। ਮੈਂ ਧਰਮਚੰਦ ਮੇਹਰ ਸਾਂਝੀਆਂ ਵਿਚਾਰਾਂ ਲੈ ਕੇ ਤੁਹਾਡੀ ਮਹਿਫਲ 'ਚ ਹਾਜ਼ਰ ਹਾਂ। ਅੱਜ ਦੇ ਵਿਸ਼ੇ 'ਤੇ ਜਾਣ ਤੋਂ ਪਹਿਲਾਂ ਮੇਰੇ ਸਾਥੀ ਜੋ ਹਨ ਡਾਕਟਰ ਹਰੀਸ਼ ਮੋਹਤਰਾ ਜੀ, ਉਹਨਾਂ ਨੂੰ ਵੀ ਆਪਾਂ ਨਾਲੇ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਐਜੂਕੇਟ, ਐਜੀਟੇਟ, ऑर्गेनाइज, ये नारा बाबा साहब डॉक्टर अंबेडकर ने दिता सी। बाबा साहब डॉक्टर अंबेडकर जी का जन्म 14 अप्रैल 1891 में होया ਅਤੇ 6 ਦਸੰਬਰ 1956 ਨੂੰ ਉਹਨਾਂ ਦਾ ਨਿਰਵਾਣ ਹੋ ਗਿਆ। ਅੱਜ 4 ਤਰੀਕ ਹੈ। 4 ਦਸੰਬਰ ਅੱਜ ਤੋਂ ਇੱਕ ਦਿਨ ਵਿਚਾਲੇ ਛੱਡ ਕੇ ਬਾਬਾ ਸਾਹਿਬ ਦਾ ਨਿਰਵਾਣ ਦਿਵਸ ਆ ਰਿਹਾ ਹੈ ਔਰ ਪੂਰੀ ਦੁਨੀਆ ਵਿੱਚ ਇਹ ਦਿਨ ਸ਼ਰਧਾਂਜਲੀ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਮੈਂ ਸੋਚਿਆ ਕਿ 4 ਦਸੰਬਰ ਹੈ, ਇਹਦੀ ਮਹੱਤਤਾ ਵੀ ਆਪਣੇ ਆਪ ਵਿੱਚ ਗਿਣਤੀ ਕਰਨ ਵਾਲੀ ਹੈ, ਕਿਉਂਕਿ 4 ਦਸੰਬਰ 1829 ਨੂੰ ਅੰਗਰੇਜ਼ਾਂ ਨੇ ਸਤੀ ਪ੍ਰਤੀ ਕਾਨੂੰਨ ਬਣਾਇਆ ਸੀ ਕਿ ਜਿਹੜੀ ਸਤੀ ਦੀ ਰਸਮ ਆ ਇਹਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀਗਾ। ਸਤੀ ਦੀ ਪ੍ਰਥਾ ਬਾਰੇ ਮੈਂ ਬਹੁਤ ਜ਼ਿਆਦਾ ਚਰਚਾ ਨਹੀਂ ਕਰਾਂਗਾ। ਜਿਸ ਨੇ ਇਸ ਗੱਲ ਨੂੰ ਅੱਗੇ ਲੈ ਕੇ ਅੰਗਰੇਜ਼ਾਂ ਨੂੰ ਸਮਝਾਈ ਸੀ ਕਿ ਆਹ ਜਿਹੜੀ ਸਾਡੇ ਇੱਕ ਰਸਮ ਚੱਲਦੀ ਆ, ਉਹ ਬੰਗਲਾਦੇਸ਼ ਤੋਂ ਬੰਗਾਲੀ ਸੀ। ਉਹਨੇ ਗੋਰਿਆਂ ਨੂੰ ਸਮਝਾਇਆ ਅਤੇ ਗੋਰਿਆਂ ਨੇ ਇਸ ਦਰਦ ਨੂੰ ਸਮਝਿਆ ਹੋਇਆ ਕਾਨੂੰਨ ਬਣਾਇਆ ਸੀਗਾ ਜਿਹੜੀ ਕਿਸੇ ਮਰਦ ਦੇ ਨਾਲ ਔਰਤ ਨੂੰ ਜਲਾ ਦਿੱਤਾ ਜਾਣਾ, ਇਹ ਕਦੀ ਵੀ ਇਨਸਾਫ ਵਾਲੀ ਗੱਲ ਨਹੀਂ, ਇਹ ਕਦੀ ਵੀ ਸਹੀ ਗੱਲ ਨਹੀਂ ਹੋ ਸਕੀ ਅਤੇ ਇਹਦੇ ਖਿਲਾਫ ਕਾਨੂੰਨ ਅੰਗਰੇਜ਼ਾਂ ਨੇ ਬਣਾਇਆ ਸੀਗਾ। ਹੋ ਸਕਦਾ ਇਹਦੇ ਪ੍ਰਤੀ ਕੋਈ ਸਾਡਾ ਕਾਲਰ ਹੋਰ ਗੱਲ ਕਰੇ, ਲੇਕਿਨ ਮੈਂ ਜ਼ਿਆਦਾ ਫੋਕਸ ਕਰਾਂਗਾ 6 ਦਸੰਬਰ 'ਤੇ, ਕਿਉਂਕਿ ਇਸ ਗੱਲ ਮੈਂ ਇਸ ਕਰਕੇ ਦੱਸੀ ਹੈ ਕਿ ਬਾਬਾ ਸਾਹਿਬ ਦਾ ਔਰਤਾਂ ਦੀ ਤਰੱਕੀ ਪ੍ਰਤੀ ਬਹੁਤ ਵੱਡਾ ਯੋਗਦਾਨ ਰਿਹਾ ਹੈ ਔਰ ਜਿਹੜੇ ਲੋਕ ਸਦੀਆਂ ਤੋਂ ਸਫ਼ਰ ਕਰ ਰਹੇ ਸੀ ਉਹਨਾਂ ਪ੍ਰਤੀ ਬਹੁਤ ਵੱਡਾ ਯੋਗਦਾਨ ਰਿਹਾ ਹੈ। ਸਿਆਸਤ ਵਿੱਚ ਮੁਲਕ ਨੂੰ ਕਿੱਦਾਂ ਚਲਾਉਣਾ ਹੈ, ਇਹਦੇ ਬਾਰੇ ਬਹੁਤ ਵੱਡਾ ਰੋਲ ਰਿਹਾ ਹੈ। ਮੁਲਕ ਵਿੱਚ ਪਾਣੀ ਦਾ ਸਰਕੂਲੇਸ਼ਨ ਕਿੱਦਾਂ ਹੋਣਾ ਚਾਹੀਦਾ ਹੈ, ਇਹਦੇ ਪ੍ਰਤੀ ਬਹੁਤ ਇੰਪੋਰਟੈਂਟ ਰੋਲ ਬਾਬਾ ਸਾਹਿਬ ਨੇ ਨਿਭਾਇਆ ਹੈ। ਔਰ ਬੈਂਕਾਂ ਦਾ ਜਿਹੜਾ ਨਿਜ਼ਾਮ ਹੈ, ਬੈਂਕਾਂ ਦਾ ਜਿਹੜਾ ਸਿਸਟਮ ਹੈ, ਉਹ ਕਿੱਦਾਂ ਚੱਲਣਾ ਚਾਹੀਦਾ ਹੈ, ਇਹਦੇ ਬਾਰੇ ਬਾਬਾ ਸਾਹਿਬ ਦਾ ਬਹੁਤ ਵੱਡਾ ਰੋਲ ਉਹਨਾਂ ਨੇ ਪਲੇ ਕੀਤਾ। ਅਸੀਂ ਅੱਜ ਕਾਂਸ਼ੀ TV ਲੈ ਕੇ ਤੁਹਾਡੇ ਸਾਹਮਣੇ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਇਹ ਉਸ ਮਹਾਨ ਹਸਤੀ ਦੀ ਬਦੌਲਤ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅਸੀਂ ਦੇਣ ਨਹੀਂ ਦੇ ਸਕਦੇ ਜਿੰਨਾ ਵੀ ਉਹਨਾਂ ਨੇ ਕੀਤਾ। ਅਸੀਂ ਸਿਰਫ ਬਾਬਾ ਸਾਹਿਬ ਨੂੰ ਸਿਰਫ ਵਿਧਾਨ ਦਾ ਨਿਰਮਾਤਾ ਕਰਕੇ ਹੀ ਜਾਣਦੇ ਹਾਂ ਜਾਂ ਇਹਦੇ ਕਰਕੇ ਹੀ ਸਨਮਾਨਿਤ ਕਰਦੇ ਹਾਂ। ਬਾਬਾ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਪੂਰਾ ਜਿਹੜਾ ਸਮਾਂ ਸੀ 1916 ਤੋਂ ਲੈ ਕੇ 1956 ਤੱਕ 40 ਸਾਲ ਦਾ ਤਕਰੀਬਨ ਸਮਾਂ ਬਣਦਾ ਹੈ। ਉਹਨਾਂ ਨੇ ਪੂਰੀ ਜ਼ਿੰਦਗੀ ਆਪਣੀ ਜਿਹੜੀ ਇਸ ਕੰਮ ਨੇ ਲਾਈ ਕਿ ਵੀ ਜਿਹੜੀ ਬਿਮਾਰੀ ਹੈ ਜਾਤ ਪਾਤ ਦੀ, ਨਫ਼ਰਤ ਦੀ, ਇੱਕ ਦੋ ਨੂੰ ਨੀਵਾਂ ਦਿਖਾਲਣ ਦੀ, ਭੈਠ ਹੋਣ ਦੀ, ਇਹ ਕੋਈ ਰਸਮ ਨਹੀਂ ਹੈ, ਇਹ ਕੋਈ ਰਿਵਾਜ ਨਹੀਂ ਹੈ, ਇਹ ਇੱਕ ਬਿਮਾਰੀ ਹੈ। ਔਰ ਇਹਦੀ ਜਿਹੜੀ ਬਿਮਾਰੀ ਆ ਇਹ ਸਾਨੂੰ ਲੱਗੀ ਕਿੱਥੋਂ ਹੈ। ਔਰ ਫਾਈਨਲੀ ਜਿੱਦਣ ਉਹਨਾਂ ਦੀ ਮੌਤ ਹੁੰਦੀ ਹੈ, ਜਿੱਦਣ ਉਹ ਰਾਤ ਨੂੰ ਨਿਰਵਾਣ ਪ੍ਰਾਪਤ ਕਰ ਜਾਂਦੇ ਹਨ, ਉਹਨਾਂ ਨੇ ਬੁੱਧਾ ਐਂਡ ਧੰਮਾ ਦਾ ਜਿਹੜਾ ਫੇਸ ਸੀਗਾ, ਜਿਹੜਾ ਉਹਨਾਂ ਦਾ ਮੁੱਖਬੰਦ ਸੀ, ਉਹਨੂੰ ਹੁਣ ਕੰਪਲੀਟ ਕੀਤਾ ਅਤੇ ਬਾਅਦ ਵਿੱਚ ਉਹਨਾਂ ਦੇ ਪਤਾ ਨਹੀਂ ਰਾਤ ਨੂੰ ਕਿਹੜੇ ਵੇਲੇ ਉਹ ਦੁਨੀਆ ਤੋਂ ਚਲੇ ਜਾਂਦੇ ਹਨ। ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਜਿਹੜੀ ਤੁਹਾਡੀ ਮੁਸ਼ਕਿਲ ਹੈ ਉਹਦਾ ਕਾਰਨ ਕੀ ਹੈ, ਉਹਦੀ ਵਜ੍ਹਾ ਕੀ ਹੈ, ਉਹਦਾ ਹੱਲ ਉਹਨਾਂ ਨੇ ਦੱਸਿਆ ਕਿ ਜਿੰਨਾ ਚਿਰ ਅਸੀਂ ਇਹ ਸਿਸਟਮ 'ਚੋਂ ਨਹੀਂ ਨਿਕਲਦੇ, ਪਹਿਲਾਂ ਤੋਂ ਸਾਰੀ ਉਮਰ ਇਹ ਕੋਸ਼ਿਸ਼ ਕੀਤੀ ਕਿ ਉਹ ਜਿਹੜਾ ਨਿਜ਼ਾਮ ਹੈ, ਜਿਹੜਾ ਉਹ ਸਿਸਟਮ ਹੈ, ਉਹਦੇ ਵਿੱਚ ਕੋਈ ਤਬਦੀਲੀ ਹੋ ਕੇ ਸੁਧਾਰ ਹੋ ਸਕੇ। ਉਹਨਾਂ ਧਾਰਮਿਕ ਸੋ ਕਾਲਡ ਧਾਰਮਿਕ ਗ੍ਰੰਥਾਂ ਵਿੱਚ ਤਬਦੀਲੀ ਕਰਕੇ ਇੱਕ ਸਮਾਨਤਾ ਦੀ ਜ਼ਿੰਦਗੀ
ਬਤੀਤ ਕੀਤੀ ਜਾ ਸਕੇ, ਮੁਲਕ ਦੇ ਵਿੱਚ ਇੱਕ ਸਮਾਨਤਾ ਪੈਦਾ ਹੋ ਸਕੇ। ਉਹਨਾਂ ਨੇ ਪੂਰੀ ਜ਼ਿੰਦਗੀ ਇਹ ਕੋਸ਼ਿਸ਼ ਕੀਤੀ, ਲੇਕਿਨ 1935 ਤੱਕ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਇਹਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਜਿਹੜੇ ਲੋਕ ਪੜ੍ਹੇ ਹਨ, ਜਿਨ੍ਹਾਂ ਨੇ ਬਾਬਾ ਸਾਹਿਬ ਨੂੰ ਪੜ੍ਹਿਆ ਹੈ, ਐਨਹੀਲੇਸ਼ਨ ਆਫ ਦ ਕਾਸਟ ਜਿਹੜੀ ਕਿਤਾਬ ਲੋਕਾਂ ਨੇ ਪੜ੍ਹੀ ਹੈ 1935 ਦੇ ਏਲ ਗੇਟ ਦੀ ਹੈ, ਲੇਕਿਨ 1935 ਵਿੱਚ ਐਲਾਨ ਕਰਤਾ ਸੀਗਾ ਕਿ ਵੀ ਮੈਂ ਇਸ ਸਿਸਟਮ ਵਿੱਚ, ਹਿੰਦੂ ਧਰਮ ਵਿੱਚ ਪੈਦਾ ਹੋਇਆ, ਇਹ ਮੇਰੇ ਵੱਸ ਦੀ ਗੱਲ ਨਹੀਂ, ਲੇਕਿਨ ਮੈਂ ਇਸ ਧਰਮ ਵਿੱਚ ਰਹਿ ਕੇ ਮਰਾਂਗਾ ਨਹੀਂ। ਉਹਦੇ ਪ੍ਰਤੀ ਬਾਬਾ ਸਾਹਿਬ ਨੇ ਬਹੁਤ ਕੁਛ ਲਿਖਿਆ ਕਿ ਬਈ ਸਾਨੂੰ ਕਿਉਂ ਨਹੀਂ ਉਸ ਧਰਮ 'ਚ ਰਹਿਣਾ ਚਾਹੀਦਾ, ਔਰ ਬੁੱਧ ਧਰਮ ਹੀ ਕਿਉਂ ਉਹਨੇ ਸਿਲੈਕਟ ਕੀਤਾ। ਇਹ ਪੂਰੀ ਜ਼ਿੰਦਗੀ ਤੱਕ ਨਿਚੋੜ ਸੀਗਾ ਜਦੋਂ ਉਹਨਾਂ ਨੇ ਅਪਣਾਇਆ, ਔਰ ਇਹ 'ਤੇ ਬਹੁਤ ਕੁਛ ਨਹੀਂ ਕਰਨਾ ਸੀ, ਲੇਕਿਨ ਉਹਨਾਂ ਦੀ ਜਿਹੜੀ ਜ਼ਿੰਦਗੀ ਬਹੁਤ ਲੰਬੀ ਨਹੀਂ ਹੋਈ। ਅਤੇ ਇਸ ਕਰਕੇ ਆਪਾਂ ਜਿਹੜੀ ਗੱਲ ਹੈਗੀ ਆ ਉਹਨਾਂ ਦੀ ਜ਼ਿੰਦਗੀ ਦੀ ਸਟਰਗਲ ਬਾਰੇ ਜੋ ਉਹਨੇ ਕੀਤਾ, ਇਹ 'ਤੇ ਆਪਾਂ ਬਹੁਤ ਸਾਰੀਆਂ ਵਿਚਾਰਾਂ ਕਰਨੀਆਂ ਹਨ। ਅਤੇ ਮੈਂ ਬਹੁਤ ਅੱਗੇ ਨਹੀਂ ਜਾਂਦਾ, ਅਤੇ ਹੁਣ ਆਪਾਂ ਡਾਕਟਰ ਸਾਹਿਬ ਨੂੰ ਨਾਲੇ ਇਨਵਾਈਟ ਕਰਦੇ ਹਾਂ ਅੱਜ ਦੇ ਵਿੱਚ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਅੱਜ ਬਹੁਤ ਇੰਪੋਰਟੈਂਟ ਦਿਵਸ ਹੈ। ਜੇ ਆਪਾਂ 4 ਦਸੰਬਰ ਦੀ ਗੱਲ ਕਰੀਏ, ਉਹਦੀ ਆਪਣੀ ਇੰਪੋਰਟੈਂਸ ਹੈ। ਬਿਲਕੁਲ। ਅਤੇ 6 ਦਸੰਬਰ ਕਿਉਂਕਿ ਬਾਬਾ ਸਾਹਿਬ ਦਾ ਜਿਹੜਾ ਨਿਰਵਾਣ ਦਿਵਸ ਹੈ ਉਹ 2 ਦਿਨ ਬਾਅਦ 'ਚ ਆਉਣਾ, ਅਤੇ ਕਿਉਂਕਿ ਆਪਣਾ ਜਿਹੜਾ ਪ੍ਰੋਗਰਾਮ ਕਰਨਾ ਉਹ ਫਿਰ ਕਈ ਦਿਨ ਬਾਅਦ 'ਚ ਹੋਣਾ ਆਪਣਾ ਪ੍ਰੋਗਰਾਮ। ਇਸ ਕਰਕੇ ਆਪਾਂ ਕਿਹਾ ਵੀ ਅੱਜ ਇਸ ਆਪਾਂ ਸ਼ਰਧਾਂਜਲੀ ਪੇਸ਼ ਕਰਦੇ ਹਾਂ। ਬਾਬਾ ਸਾਹਿਬ ਦੀ ਜ਼ਿੰਦਗੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜ਼ਿੰਦਗੀ ਬਾਬਾ ਸਾਹਿਬ ਦੀ ਜਾਣੀ ਕਿ ਜੇ ਮੈਂ ਇੱਕ ਸ਼ਬਦ ਵਿੱਚ ਕਹਾਂ ਤਾਂ ਸਾਰੀ ਉਮਰ ਸਟਰਗਲ ਰਹੀ ਹੈ। ਸਾਰੀ ਉਮਰ ਜਾਣੀ ਕਿ ਜਿਹੜਾ ਹੈਗਾ ਕਸ਼ਮਕਸ਼ ਅਤੇ ਜੱਦੋ-ਜਹਿਦ ਦੇ ਵਿੱਚ ਉਹਨਾਂ ਨੇ ਬਚਪਨ ਤੋਂ ਲੈ ਕੇ ਅਖੀਰ ਤੱਕ। ਬਚਪਨ ਵਿੱਚ ਹੋਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਸੀ। ਹਾਂਜੀ। ਫਿਰ ਈਵਨ ਜਾਣੀ ਕਿ ਪੜ੍ਹਾਈ ਦੇ ਸਮੇਂ ਵੀ ਦੁਸ਼ਵਾਰੀਆਂ ਆਈਆਂ, ਭੁੱਖੇ ਰਹਿ ਕੇ ਵੀ ਜਾਣੀ ਕਿ ਉਹਨਾਂ ਨੇ ਸਟੱਡੀ ਕੀਤੀ। ਬਿਲਕੁਲ। ਅਤੇ ਉਸ ਟਾਈਮ 'ਤੇ ਵੀ ਜਾਣੀ ਕਿ ਹਰ ਗੱਲ ਨੂੰ ਜਸਟੀਫਾਈ ਕਰਨਾ ਪੈਂਦਾ। ਜਦੋਂ ਉਹਨਾਂ ਨੇ ਥੀਸਿਸ ਵੀ ਲਿਖਿਆ, ਹਾਂਜੀ, ਉਹਦੇ ਸੁਪਰਵਾਈਜ਼ਰ ਨੂੰ ਸਮਝ ਨਹੀਂ ਲੱਗੀ ਲੈ ਵੀ ਇਹ ਥੀਸਿਸ ਹੈ ਕੀ ਹੈ, ਉਹਨਾਂ ਨੂੰ ਸਮਝਾਉਣਾ ਪਿਆ ਲੈ ਵੀ ਆਹ ਸਿਚੁਏਸ਼ਨ ਹੈ। ਲੰਡਨ ਸਕੂਲ ਆਫ ਇਕਨੋਮਿਕਸ ਦੀ ਗੱਲ। ਬਿਲਕੁਲ। ਠੀਕ ਹੈ। ਯਾਨੀ ਕਿ ਮੈਂ ਸਮਝਦਾ ਲੈ ਵੀ ਜਿਹੜੀਆਂ ਇਨ ਕੇ ਦੁਸ਼ਵਾਰੀਆਂ ਉਹਨਾਂ ਨੇ ਸਾਰੀ ਉਮਰ, ਜਿਸ ਤਰ੍ਹਾਂ ਮੈਂ ਤਾਂ ਇੱਦਾਂ ਕਈ ਵਾਰੀ ਸੋਚਦਾ ਹੁੰਦਾ ਵੀ ਮੋਮਬੱਤੀ ਤਾਂ ਇੱਕ ਪਾਸਿਓਂ ਜਲਦੀ ਹੈ, ਇਹ ਮੋਮਬੱਤੀ ਦੇ ਦੋਨਾਂ ਪਾਸਿਆਂ ਤੋਂ ਜਲਦੇ ਰਹੇ ਸਾਰੀ ਉਮਰ। ਅਤੇ ਜਿਹੜੀ ਉਹਨਾਂ ਨੇ ਕੁਰਬਾਨੀ ਕੀਤੀ ਹੈ, ਸਟਰਗਲ ਯਾਨੀ ਕਿ ਕੀਤੀ ਹੈ, ਖਾਸ ਕਰਕੇ ਦਲਿਤ ਲੋਕਾਂ ਲਈ ਯਾਨੀ ਕਿ ਜੋ ਕੁਛ ਕੀਤਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਜੇ ਟੈਲੀਵਿਜ਼ਨ 'ਤੇ ਗੱਲ ਕਰ ਰਹੇ ਹੈਗੇ ਆ, ਜਾਂ ਵੋਟ ਦਾ ਹੱਕ ਹੈਗਾ, ਜਾਂ ਜਾਇਦਾਦ ਦਾ ਹੱਕ ਹੈਗਾ, ਜਾਣ ਕੇ ਜਾਂ ਜਿਹੜਾ ਹੈਗਾ ਵੱਡੀਆਂ ਵੱਡੀਆਂ ਜੋਬਾਂ ਦੀ, ਜੇ ਯਾਨੀ ਕਿ ਲੋਕਾਂ ਦੇ ਹੁਣ ਥੱਲੇ ਯਾਨੀ ਕਿ ਜੋਬਾਂ ਹੈਗੀਆਂ, ਅਤੇ ਬਾਬਾ ਸਾਹਿਬ ਦੀ ਬਦੌਲਤ ਹੈ। ਰਿਜ਼ਰਵ ਬੈਂਕ ਆਫ ਇੰਡੀਆ ਜਿਹੜੀ ਕਿ ਉਹਨਾਂ ਦੀ ਬਦੌਲਤ ਰਿਜ਼ਰਵ ਬੈਂਕ ਇੰਡੀਆ ਬਣਿਆ ਸੀ। ਬਿਲਕੁਲ ਬਿਲਕੁਲ। ਕਿਉਂਕਿ ਉਹਨਾਂ ਨੂੰ ਕਈ ਵਾਰੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਸਿਰਫ ਉਹ ਸੰਵਿਧਾਨ ਦੇ ਰਚੈਤਾ ਨਹੀਂ ਸੀਗੇ। ਹੀ ਵਾਜ਼ ਅ ਬਿਗ ਸਕੋਲਰ, ਹੀ ਇਜ਼ ਵਨ ਆਫ ਦ ਟੌਪ ਸਕੋਲਰਸ ਇਨ ਦ ਵਰਲਡ। ਬਿਲਕੁਲ ਬਿਲਕੁਲ। ਅਤੇ ਇਸ ਕਰਕੇ ਯਾਨੀ ਕਿ ਦੁਨੀਆ ਵਿੱਚ ਉਹਨਾਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈਗਾ। ਬਾਹਰਲੀਆਂ ਯਾਨੀ ਕਿ ਗੌਰਮੈਂਟਾਂ ਨੇ ਮੈਂ ਸਮਝ ਲਿਆ ਵੀ ਜ਼ਿਆਦਾ ਸਤਿਕਾਰ ਦਿੱਤਾ ਹੈਗਾ। ਅਤੇ ਇਸ ਚੀਜ਼ ਦਾ ਯਾਨੀ ਕਿ ਦੁੱਖ ਜ਼ਰੂਰ ਹੈ ਲੈ ਜਿਹੜੀਆਂ ਤਿੰਨੇ ਚੀਜ਼ਾਂ ਉਹਨਾਂ ਨੇ ਕਹੀਆਂ ਸੀਗੀਆਂ। ਐਜੂਕੇਟ ਕਰਨ ਵਾਲੀ ਗੱਲ ਕੀਤੀ ਸੀ ਉਹਨਾਂ ਨੇ, ਔਰਗਨਾਈਜ਼ ਕਰਨ ਦੀ ਗੱਲ ਕੀਤੀ ਸੀ, ਅਤੇ ਐਜੂਟੇਟ ਕਰਨ ਵਾਲੀ ਗੱਲ ਸੀ, ਉਹ ਅੱਜ ਵੀ ਵੈਲਿਡ ਹੈਗੀਆਂ। ਬਿਲਕੁਲ ਬਿਲਕੁਲ। ਅਤੇ ਮੈਂ ਸਮਝ ਲਿਆ ਵੀ ਯਾਨੀ ਕਿ ਜਿਹੜੀ ਸਟਰਗਲ ਬਾਰੇ ਤਾਂ ਆਪਾਂ ਵੀ ਕੈਨ ਡੂ ਕੈਰੀ ਔਨ ਡੂਇੰਗ ਲੋਡਸ ਆਫ ਪ੍ਰੋਗਰਾਮਸ, ਪਰ ਮੈਂ ਸਮਝ ਲਿਆ ਕਿ ਜਿਹੜੀ ਚੀਜ਼ਾਂ ਉਹਨਾਂ ਤੋਂ ਲਰਨ ਕਰਨ ਵਾਲੀਆਂ ਉਹ ਹੈਗੀਆਂ। ਇੱਕ ਤਾਂ ਆਪਣੇ ਬੱਚਿਆਂ ਨੂੰ ਸਾਨੂੰ ਯਾਨੀ ਕਿ ਸਭ ਤੋਂ ਵੱਡੀ, ਜੇ ਅਸੀਂ ਆਪਣੀ ਲਾਈਫ ਦੇ ਵਿੱਚ ਕੋਈ ਅਚੀਵਮੈਂਟ ਕਰ ਸਕਦੇ ਹਾਂ, ਅਤੇ ਉਹਨਾਂ ਨੂੰ ਵੱਧ ਤੋਂ ਵੱਧ ਪੜ੍ਹਾਈਏ। ਯਾਨੀ ਕਿ ਇਹਦੇ ਨਾਲੋਂ ਪੜ੍ਹਾਈ ਨਾਲੋਂ ਜਿਹੜਾ ਤੀਜਾ ਨੇਤਰ ਜਿਹਨੂੰ ਆਪਾਂ ਕਹਿੰਦੇ ਹਾਂ, ਜਦੋਂ ਬੰਦਾ ਪੜ੍ਹਦਾ ਹੈਗਾ, ਉਹ ਆਪ ਵੀ ਪੜ੍ਹੇ ਸੀ ਤਾਂ ਹੀ ਉਹਨਾਂ ਨੂੰ ਪਤਾ ਲੱਗਾ। ਬਿਲਕੁਲ। ਨਹੀਂ ਤਾਂ ਆਪ ਹੁਣ ਤੱਕ ਯਾਨੀ ਕਿ ਉਹੋ ਜਿਹਾ ਹੀ ਹਾਲ ਹੋਣਾ ਸੀ ਜੋ ਯਾਨੀ ਕਿ ਪਹਿਲਾਂ ਯਾਨੀ ਕਿ ਮਨੂ ਸਿਮਰਤੀ ਦੇ ਟਾਈਮ ਯਾਨੀ ਕਿ ਹੋ ਰਿਹਾ ਸੀਗਾ। ਸੋ ਮੈਂ ਸਮਝਦਾ ਵੀ ਇਹ ਜਿਹੜਾ ਜੇ ਇੱਥੇ ਵੀ ਅਤੇ ਜਾਂ ਯਾਨੀ ਕਿਹੜਾ ਕੋਈ ਕੰਮ ਕਰਨ ਵਾਲਾ ਹੈਗਾ ਅੱਜ ਦੇ ਦਿਨ, ਯਾਨੀ ਕਿ ਸਾਨੂੰ ਪ੍ਰਣ ਕਰਨਾ ਚਾਹੀਦਾ। ਹਰ ਸਾਲ ਹੀ ਮੈਂ ਇਹ ਕਹਿੰਦਾ ਹੈਗਾ ਵੀ ਸਿਰਫ ਜੈ ਭੀਮ ਕਹਿਣ ਦੇ ਨਾਲ ਜਾਂ ਯਾਨੀ ਕਿ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣ ਦੇ ਨਾਲ ਹੀ ਗੱਲ ਨਹੀਂ ਬਣ ਜਾਂਦੀ ਹੈਗੀ। ਅਸੀਂ ਪ੍ਰੈਕਟੀਕਲੀ ਕੀ ਕਰਦੇ ਹੈਗੇ ਹਾਂ ਤਾਂ ਕਿ ਉਸ ਸਟਰਗਲ ਨੂੰ, ਜਿਹੜੀ ਕਿ ਸਟਰਗਲ ਖਤਮ ਨਹੀਂ ਹੋਈ, ਉਹਨਾਂ ਨੇ ਸਾਰੇ ਧਰਮਾਂ ਵਿੱਚ ਜਾ ਕੇ ਮੁਆਇਨਾ ਕੀਤਾ ਵੀ ਚਾਹੇ ਤੁਸੀਂ ਜਿਹੜੇ ਮਰਜ਼ੀ ਧਰਮ ਵਿੱਚ ਯਾਨੀ ਕਿ ਚੱਲ ਜਾਓ, ਚਾਹੇ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ, ਚਾਹੇ ਤੁਸੀਂ ਸਿੱਖੀਜ਼ਮ ਮੁਸਲਮਾਨ ਯਾਨੀ ਕਬੂਲ ਕਰ ਲਓ, ਚਾਹੇ ਯਾਨੀ ਕਿਹੜਾ ਤੁਸੀਂ ਪਾਰਸੀ ਕਬੂਲ ਕਰ ਲਓ, ਜਿਹੜਾ ਵੀ ਉਹ ਕਹਿੰਦੇ ਲੈ ਵੀ ਇਹ ਕੋਡ ਜਿਹੜਾ ਹੈਗਾ ਜਾਤ ਪਾਤ ਦਾ ਯਾਨੀ ਕਿ ਜਿਹੜਾ ਇੰਨਾ ਫਸਿਆ ਹੈ ਸਾਡੇ ਸਮਾਜ ਦੇ ਵਿੱਚ, ਜਿਹਨੇ ਕਿ ਸਾਡੀ ਸਾਰੀ ਯਾਨੀ ਕਿ ਸਾਰੇ ਮੈਂ ਕਹਿੰਦਾ ਲੋਕਾਂ ਦੀ ਤਰੱਕੀ 'ਤੇ ਬਹੁਤ ਵੱਡਾ ਰੋੜਾ ਅਟਕਾਇਆ ਹੈਗਾ। ਨਹੀਂ, ਉਹਨਾਂ ਨੇ ਜਿਹੜੀ ਧਰਮ ਦੀ ਗੱਲ ਹੈਗੀ ਆ, ਉਹਨਾਂ ਨੇ ਐਕਚੁਅਲੀ ਧਰਮ ਨਹੀਂ ਕਿਹਾ, ਉਹਨਾਂ ਨੇ ਧੰਮ ਕਿਹਾ। ਹਾਂ ਬਿਲਕੁਲ ਬਿਲਕੁਲ। ਕਿਉਂਕਿ ਜਿਹੜਾ ਤਰਕ ਆ, ਹਾਂਜੀ ਹਾਂਜੀ ਐਬਸੋਲੂਟਲੀ, ਉਹਨਾਂ ਨੇ ਜਿਹੜੇ ਬਹੁਤ ਧਰਮ ਦੀ ਗੱਲ ਕੀਤੀ, ਉਹਨਾਂ ਨੇ ਸਿੰਪਲੀ ਇਹ ਗੱਲ ਬਹੁਤ ਕਹੀ ਆ ਕਿ ਵੀ ਭਗਤੀ ਕਰਨ ਨੇ ਸਾਨੂੰ ਸਦੀਆਂ ਤੋਂ ਨੁਕਸਾਨ ਨਹੀਂ ਹੋਇਆ, ਕੋਈ ਫਾਇਦਾ ਨਹੀਂ ਹੋਇਆ। ਭਗਤੀ ਨੇ ਤੱਕ ਕਿਸੇ ਦਾ ਕੁਝ ਨਹੀਂ ਕੀਤਾ ਹੈਗਾ। ਅਤੇ ਜਿੰਨਾ ਚਿਰ ਅਸੀਂ ਉਸ ਵਿਜ਼ਨ ਨੂੰ ਨਹੀਂ ਦੇਖਦੇ ਜਿੱਥੋਂ ਸਾਨੂੰ ਲਾਈਟ ਮਿਲਣੀ ਆ, ਜਿੱਥੋਂ ਸਾਨੂੰ ਲਾਈਟ ਦਾ ਮਤਲਬ ਇਹ ਨਹੀਂ ਕੋਈ ਲਾਈਟ ਫਿਊਚਰ
ਤੁਸੀਂ हाँ जी हेलो जी कौन तो कितों बोलते स्वागत है थोड़ा जी हेलो जी आप दोनों जय भीम जय भारत जय भीम जी मैं कीर्तन चौहान बोलदा चौहान साहब वेलकम है जी देखो अज दा जिहड़ा बाबा साहब डॉक्टर अंबेडकर का परिनिर्वाण दिवस है 6 दसंबर 1956 ਨੂੰ ਉਹਨਾਂ ਦਾ परिनिर्वाण हो गया सी क्योंकि अज ਆਪਾਂ श्रद्धांजलि भी दे रहे हैं ਵੱਡੀ ਤਾਂ ਗੱਲ है भी चर्चा जरूर करनी चाहिए है भी वो उन्होंने की विचारधारा सी उन्होंने इन्ना विरोध क्यों होया क्योंकि देखो ये हैगी आ भी जिहड़ा उन्हीं जद उन्होंने पता लग गया सी भी मैं बहुत देर जींदे नहीं रहना तो उन्हीं वो जिहड़ा एक संदेश दिता सी भी मैं मतलब जिहड़ा कारवा ले आया ये रुकना नहीं चाहिए ये अगे जाना चाहिए नाले कहा सी भी जे अगे ना गया तो इहनूं पिछे ना जावे पर दूसरी जी उन्हीं देखो भी जिदा भारत के विच आ भी कोई भी नेता हुंदा आ वो किसी नूं अपना वारिस राजनीतिक वारिस घोषित कर जांदा उन्हीं जानी ये सोचा सी भी मेरे समाज के विच कोई भी बंदा नहीं इदां दा खास तौर पर घर दे भी कर दिंदे है ना उन्हों का इक्को एक लड़का सी वो 1972 च इत्थे आया सी मैं 2 बारी उन्होंने सुनिया भी बर्मिंघम तो वुलहम्पटन तो उन्होंने जी पत्नी आ वो भी मतलब 2003 च उसकी डेथ हो गई सी दूसरी पत्नी यानी उन्हें भी जानी पार्टियां बनाई बाद क्योंकि अज जी चर्चा आ भी वो जो कारवा की सी क्योंकि जिस वेले 1928 ਦੇ ਵਿੱਚ ਜਾਨੀ अंग्रेज़ों ने साइमन कमीशन भारत भेजा तो ਜਿਹੜਾ ਉਹਨਾਂ ਦੇ ਨਾਲ ਮੁਲਾਕਾਤ ਹੋਈ ਉੱਤੇ ਉਹ ਲੋਕ बहुत दुखी ਹੋਏ जिन्होंने मनु समृद्धि के अनुसार अधिकार मिले हुए सी क्योंकि पढ़े लिखे हो ही सन चाहे वो RSS सी चाहे वो कांग्रेस सी उन्हें विरोध करना शुरू कर दिता भी ये अंग्रेज की कर लगे तो साडे कोल तो मनु समृद्धि हैगी है भी इतों चले जाने असीं तो बहुत साडी तो संस्कृति बहुत चंगी है पर वो बाबा साहब इन्हां गल्लां नूं सहमत नहीं सी जाने बाबा साहब अंग्रेज़ों को मिले उन्हें अंग्रेज मन्ने उन्हें कहा भी जी तेरी गलबात है असं इन्ना सहमत हैं बड़ी तो यह गल है भी जो गलबात हुई है जानी उन्हें इन्होंने गलों के नाल अंग्रेज़ों ने सहमत कर लिया भी जो यूके दे विच लोकतंत्र मचोर होने 700 साल लगे तो 1928 का जो अंग्रेज़ों का कानून आ वो सारे वोट का अधिकार मिल गया उन्हें कहा भी मैं वोट का अधिकार इन्होंने लोगों को लैके देना जिन्हों से मनु समृद्धि की मार पै रही है देख लो गोलबीर का फ्रांसा के आए और RSS का जो खास तौर पर मोहनदास करमचंद गांधी है इतने स्पष्ट करना चाहिए इन्होंने कोई फर्क नहीं क्योंकि वो देखो ना रखे हुए है वो कहते हैं असी तो जी हिंदू तो नहीं है वो कहते असी मैं सनातनी हिंदू हाँ पर उन्हें कहा भी डॉक्टर अंबेडकर को किसी तरह रोको वो जो 17 अगस्त 1932 में जो ऐलान होया सी वो दोहरी वोट का सी क्योंकि बाबा साहब हरेक स्टेज पर कहते सन कि जो असी भारत के शासक बनना जब वोट का अधिकार मिल गया तो कौन रोक सकता पर गांधी ने बंदोबस्त रख के वो रोक दिता और जिन्होंने लोगों को बाबा साहब शासक बनाते सन वो चमचे बन गए बिल्कुल और जगजीवन राम का जी उस राजनीति का जन्म होया वो भारत का पहला चमचा सी तुसीं देखो नाल ही नाल मूवमेंट चलती है वो RSS नूं भी फिट पैंदा सी कांग्रेस नूं भी फिट पैंदा सी पर बाबा साहब तुसीं देख लो अगे वधदे गए 1937 ਦੇ ਵਿੱਚ ਬੰਬੇ ਪ੍ਰੈਜ਼ੀਡੈਂਸੀ ਦੇ ਵਿੱਚ ਉਹਨੇ ਚੋਣ भी जिती क्योंकि उन्होंने कोल तो तनख्वाह नहीं सी पर उन्हें असैंबली के विच जाके जिहड़ी वो फिर गल्लां कीतियां 1935 का जो गवर्नमेंट ऑफ इंडिया एक्ट है वो अनुसार वो चले और बाद वायसराय की कौंसल के मैंबर बने और दूसरी पास देखो हैरानी की गल है भी उन्होंने विधान जो सभा उन्हें भी जान तो रोकया गया वो गए उन्हें संविधान का निर्माण किया और बाद में देखो कि देश जो आजाद हो गया उन्होंने तो जवाहरलाल नेहरू ने आप कानून मंत्री बनाया सी बिल्कुल उन्हें संविधान बनाया सी पर तुम देखो जवाहरलाल नेहरू वो सहमत नहीं सी वो चाहता सी जो RSS कहती है जो कुछ इन्होंने मिल गया यही फाइनल है ये चमचे बन पर बाबा साहब ने स्वीकार नहीं किया तुम देखो कि जो
ਉਹਨਾਂ ਦੇ ਜਾਣ ਤੋਂ ਬਾਅਦ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਵੀ ਉਹ ਕਾਰਵਾਈ ਨੂੰ ਅੱਗੇ ਖਿਚਾਉਣ ਗਿਆ। ਮਹਾਰਾਸ਼ਟਰ ਜਿਹੜਾ ਉਹਨਾਂ ਦੀ ਕਰਮ ਭੂਮੀ ਸੀ, ਉੱਥੇ ਤੁਸੀਂ ਦੇਖੋ ਲੋਕਾਂ ਦੀਆਂ ਅੱਖਾਂ ਕੱਢੀਆਂ ਗਈਆਂ। ਹਾਂਜੀ ਹਾਂਜੀ ਉਹ ਇਸ ਕਰਕੇ ਕੱਢੀਆਂ ਗਈਆਂ ਵੀ ਲੋਕ ਕਾਂਗਰਸ ਚਲੇ ਗਏ। ਉਹ ਸਿਰਫ ਜੈ ਭੀਮ ਕਹਿੰਦੇ ਸੀ ਔਰ ਵੋਟੀ ਵੀ ਕਹਾਉਂਦੇ ਸੀ। ਔਰ ਬਾਬਾ ਸਾਹਿਬ ਨੇ ਤੁਸੀਂ ਦੇਖਿਆ ਵੀ ਮੈਂ 1978 ਦੀ ਘਟਨਾ ਦਾ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਵੀ ਉੱਥੇ ਇੱਕ ਮਰਾਠਵਾੜਾ ਯੂਨੀਵਰਸਿਟੀ ਸੀ, ਉੱਥੇ ਸ਼ਰਦ ਬਾਰੇ ਦਾ ਮੁੱਖ ਮੰਤਰੀ ਸੀ। ਉਹਨੇ ਕਹਿ ਦਿੱਤਾ ਜੀ ਵੀ ਇਹਦੇ ਨਾਲ ਡਾਕਟਰ ਅੰਬੇਡਕਰ ਲਿਖ ਦਿੰਦੇ। ਉਹ ਲੋਕ ਸੜਕਾਂ ਤੇ ਉਤਰ ਗਏ ਔਰ ਦਲਿਤਾਂ ਦੀਆਂ ਚੌਂਬੜੀਆਂ ਨੂੰ ਅੱਗ ਲਾ ਦਿੱਤੀ, ਕਤਲ ਹੋਣ ਲੱਗ ਪਏ। ਦੂਸਰੇ ਦਿਨ ਮੁੱਕਰ ਗਏ, ਚਲੋ ਜੀ ਨਹੀਂ ਕਰਦੇ। ਪਰ ਦੇਖੋ ਜਿਹੜਾ ਜ਼ੁਲਮ ਹੁੰਦਾ, ਜਿਹੜੀ ਅੱਤ ਵੀ ਹੁੰਦੀ ਹੈ। ਉਹ ਸ਼ਰਦ ਪਵਾਰ ਨੇ ਸੋਚਿਆ ਵੀ ਇਹ ਕੀ ਹੋਇਆ ਕੀ, ਔਰ ਉਹਨੇ ਚੰਗਾ ਇੱਕ ਫੈਸਲਾ ਕੀਤਾ। ਉਹਨੇ ਕਿਹਾ ਵੀ ਡਾਕਟਰ ਅੰਬੇਡਕਰ ਦੀਆਂ ਭਾਵੇਂ ਅਸੀਂ ਗੱਲਾਂ ਨਾਲ ਸਹਿਮਤ ਨੇ, ਉਹਨਾਂ ਦੀਆਂ ਕਿਤਾਬਾਂ ਛਪਣੀਆਂ ਚਾਹੀਦੀਆਂ। ਬਿਲਕੁਲ ਠੀਕ ਹੈ। 1979 ਚ ਉਹਨਾਂ ਦਾ ਪਹਿਲਾ ਵੋਲੀਅਮ ਛਪਿਆ। ਉਹ ਚੰਗੀ ਗੱਲ ਹੋਈ ਔਰ ਬਾਅਦ ਦੇ ਵਿੱਚ ਕਿਤਾਬਾਂ ਹੁਣ ਸਾਰੀਆਂ ਛਪ ਚੁੱਕੀਆਂ। ਪਰ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਵੀ ਮਹਾਰਾਸ਼ਟਰ ਦੀ ਲੀਡਰਸ਼ਿਪ ਕਿਉਂ ਬੈਠ ਗਈ, ਕਿਉਂਕਿ ਜਿਹੜੇ ਆਪਣੇ ਆਪ ਨੂੰ ਅੰਬੇਡਕਰ ਕਹਾਉਂਦੇ ਉਹਨਾਂ ਦਾ ਕੀ ਹੋਣਾ ਚਾਹੀਦਾ। ਪਰ ਨਹੀਂ, ਉਹਨਾਂ ਨੇ ਦੇਖਿਆ ਕਿ ਸਾਨੂੰ ਮਿਨਿਸਟਰੀ ਮਿਲ ਜਾਵੇ, ਕਾਰਾਂ ਆ ਜਾਣ ਸਾਡੇ ਕੋਲ ਔਰ ਸੱਤਾ ਉਹਨਾਂ ਕੋਲੇ ਰਵੇ। ਔਰ ਮਾਨਵਰ ਕਾਂਸ਼ੀ ਰਾਮ ਨੇ ਸਾਰਾ ਕੁਝ ਦੇਖਿਆ, ਕਿਉਂਕਿ ਉਹ ਉੱਥੇ ਹੀ ਸੇ ਮਹਾਰਾਸ਼ਟਰ ਦੇ ਵਿੱਚ। ਉਹਨਾਂ ਦੀ ਐਜੂਕੇਸ਼ਨ ਆਫ ਕਿਤਾਬ ਪੜ੍ਹੀ ਸੀ ਔਰ ਪੜ੍ਹਨ ਤੋਂ ਬਾਅਦ ਤੁਸੀਂ ਦੇਖੋਗੇ ਉਹਨੇ ਸੰਗਠਨ ਬਣਾਏ। ਇਹ ਜਿਹੜਾ ਅੱਜ ਦਾ ਦਿਨ ਆ, 2 ਸੰਗਠਨ ਜਾਨੀ ਉਹਨੇ DS4 ਤੇ ਬੰਸਮ ਇਸੇ ਦਿਨ ਤੇ ਬਣਾਏ ਸੀ। ਔਰ ਬਾਅਦ ਦੇ ਵਿੱਚ ਜਿਹੜਾ ਤੁਸੀਂ ਗੱਲ ਕੀਤੀ ਹੈ ਧਰਮ ਦੀ, ਬਾਬਾ ਸਾਹਿਬ ਦਾ ਇਹ ਮਤ ਸੀ ਵੀ ਧਰਮ ਨੂੰ ਕਦੇ ਬਚ ਸਕਦਾ ਜੇ ਰਾਜਨੀਤੀ ਤੁਹਾਡੇ ਕੋਲ ਹੈ। ਬਿਲਕੁਲ। ਜੇ ਤੁਸੀਂ ਵੋਟੀ ਵੀ ਬਣ ਜਾਂਦੇ ਆ ਤਾਂ ਸੱਤਾ ਉਹਨਾਂ ਕੋਲ ਰਹਿੰਦੀ ਹੈ, ਫਿਰ ਤਾਂ ਬਹੁਤ ਧਰਮ ਚੱਲਣਾ ਹੀ ਨਹੀਂ। ਕਿਉਂਕਿ ਉਹ ਤਾਂ ਕਹਿੰਦੇ ਆ ਕਿ ਉਹ ਵਿਸ਼ਨੂੰ ਦਾ ਨਵਾਂ ਅਵਤਾਰ ਸੀ। ਬਾਬਾ ਸਾਹਿਬ ਨੇ ਕਿਹਾ ਵੀ ਸੱਤਾ ਆਪਣੇ ਕੋਲ ਚਾਹੀਦੀ ਹੈ ਔਰ ਪੋਲੀਟੀਕਲ ਪਾਵਰ ਜਿਹੜੀ ਮਾਸਟਰ ਕੀ ਹੈ। ਪਰ ਬਾਅਦ ਦੇ ਵਿੱਚ ਦੇਖੋ ਜੋ ਕੁਝ ਮਾਨਵਰ ਕਾਂਸ਼ੀ ਰਾਮ ਨੇ ਕੀਤਾ, ਉਹਦਾ ਰਿਜ਼ਲਟ ਵੀ ਸਾਹਮਣੇ ਹੈ। 14 ਅਪ੍ਰੈਲ 1984 ਨੂੰ ਉਹਨੇ ਜਿਹੜੀ ਬਹੁਜਨ ਸਮਾਜ ਪਾਰਟੀ ਬਣਾਈ ਸੀ, ਉਹਨੇ ਰਿਜ਼ਲਟ ਵੀ ਦਿੱਤਾ। ਅੱਜ ਤੁਸੀਂ ਦੇਖੋਗੇ ਉੱਤਰ ਪ੍ਰਦੇਸ਼ ਦੇ ਵਿੱਚ ਜੋ ਤਬਦੀਲੀ ਆਈ ਹੈ, ਯਾਨੀ ਉੱਥੇ ਯੂਨੀਵਰਸਿਟੀਆਂ ਵੀ ਬਣ ਗਈਆਂ, ਹਜ਼ਾਰਾਂ ਹੀ ਫੁੱਟ ਲੱਗ ਗਏ। ਉਹ ਇਸ ਕਰਕੇ ਲੱਗੇ ਕਿ ਉੱਥੇ ਸੱਤਾ ਸੀ। ਪਰ ਅੱਜ ਦੀ ਜਿਹੜੀ ਸਥਿਤੀ ਇਹ ਹੈ ਵੀ ਉਹਨਾਂ ਦੇ ਜਿਹੜੇ ਕਾਰਵਾਂ ਨੂੰ ਜਿਹੜਾ ਅੱਗੇ ਲਿਜਾਉਣ ਵਾਸਤੇ ਜ਼ਰੂਰੀ ਆ ਵੀ ਸਾਡੇ ਕੋਲ ਜੋ ਬਾਬਾ ਸਾਹਿਬ ਕਹਿੰਦੇ ਸੀ ਵੀ ਬਹੁਜਨੋਂ ਸ਼ਾਸਕ ਬਣੋ, ਉਹ ਹੀ ਸੋਚਣਾ ਚਾਹੀਦਾ। ਤਦੇ ਸੰਵਿਧਾਨ ਬਦਲਾ ਇੰਨਾ ਹੀ ਕਹਿੰਦਾ ਹੈ। ਜਾਇਓ ਨਾ ਚੌਹਾਨ ਸਾਹਿਬ ਜੀ, ਮੇਰੇ ਮਨ 'ਚ ਇੱਕ ਸਵਾਲ ਆਉਂਦਾ ਕਿ ਆਪਾਂ ਬਹੁਤ ਇੱਕ ਲਫ਼ਜ਼ ਯੂਜ਼ ਕਰਦੇ ਹਾਂ ਕਿ ਬਾਬਾ ਸਾਹਿਬ ਨੇ ਕਿਹਾ ਸੀ ਵੀ ਇਹ ਕਾਰਵਾਂ ਮੈਂ ਬੜੀ ਮੁਸ਼ਕਿਲ ਨਾਲ ਇੱਥੋਂ ਤੱਕ ਲੈ ਕੇ ਆਇਆ, ਅਤੇ ਜੇ ਮੇਰੇ ਚਾਹੁਣ ਵਾਲੇ ਇਹਨੂੰ ਅੱਗੇ ਨਾਲ ਜਾ ਸਕਣ ਤਾਂ ਇਹਨੂੰ ਕਿਸੇ ਵੀ ਹੱਦ ਪਿੱਛੇ ਨਹੀਂ ਜਾਣਾ। ਜਿਹੜਾ ਕਾਰਵਾਂ ਨੂੰ ਸਿੰਪਲੀਫਾਈ ਕਰਕੇ ਦੱਸੋ ਕਿ ਉਹਦਾ ਕੀ ਮਤਲਬ, ਕਾਰਵਾਂ ਕੀ ਹੈ? ਹੈਲੋ, ਚਲੇ ਗਏ ਹਾਂਜੀ, ਕਾਰਵਾਂ ਦਾ ਕਾਫਲਾ। ਹਾਂਜੀ, ਉਹ ਕਿਉਂਕਿ ਉਹ ਗੱਲ ਕਰਕੇ ਹਟੇ ਆ। ਹਾਂਜੀ ਹਾਂਜੀ, ਠੀਕ ਹੈ, ਮੇਰਾ ਖਿਆਲ ਛੱਡ ਗਿਆ ਬਾਬਾ ਸਾਹਿਬ। ਹਾਂ ਤੁਸੀਂ, ਅੱਛਾ ਹਾਂ, ਮੈਂ ਉਹ ਪੁੱਛਿਆ ਸੀ ਜਿਹੜਾ ਕਾਰਵਾਂ ਨੂੰ ਸਿੰਪਲੀਫਾਈ ਕਰਕੇ ਜੇ ਸਮਝਾਉਣ ਦੀ ਕੋਸ਼ਿਸ਼ ਕਰੋ ਪਲੀਜ਼। ਦੇਖੋ ਜਿਹੜਾ ਕਾਰਮਾ ਆ, ਕਈ ਬੰਦੇ ਤਾਂ ਇਹ ਕਹਿੰਦੇ ਆ ਵੀ ਜੇ ਅਸੀਂ ਬੁੱਧੀ ਬਣ ਗਏ ਆ, ਹਾਂਜੀ, ਉਹੀ ਕਾਰਮਾ ਆ। ਹਾਂਜੀ, ਕਈ ਕਹਿੰਦੇ ਆ ਵੀ ਜੇ ਕਿਸੇ ਸੜਕ ਦਾ ਨਾਮ ਰੱਖ ਦਿੱਤਾ ਉਹੀ ਕਾਰਮਾ ਆ। ਕਾਰਮਾ ਦਾ ਵਿਸ਼ਲੇਸ਼ਣ ਇਹ ਹੈਗਾ ਵੀ ਉੱਥੇ ਭਾਰਤ ਦੇ ਵਿੱਚ ਪਰਿਵਰਤਨ ਆਉਣਾ ਚਾਹੀਦਾ। ਬਿਲਕੁਲ ਠੀਕ ਹੈ। ਉੱਥੇ ਸੋਸ਼ਲ ਐਂਡ ਕਲਚਰਲ ਚੇਂਜ ਚਾਹੀਦੀ ਹੈ। ਨਹੀਂ, ਜਦੋਂ ਅਸੀਂ ਇਹ ਲੋਕਾਂ ਨੂੰ ਕਹਿੰਦੇ ਵੀ ਕਾਰਵਾਂ ਨੂੰ ਲੈ ਕੇ ਅੱਗੇ ਚੱਲੀਏ, ਆਪਾਂ ਕਿਹੜੀ ਡਾਇਰੈਕਸ਼ਨ ਨੂੰ ਜਾਣਾ, ਇਹ ਮੇਰੇ ਕਹਿਣ ਦਾ ਮਤਲਬ ਹੈਗੀ ਆ ਵੀ ਦੇਖੋ ਜਿਹੜੇ ਭਾਰਤ ਇੱਕ ਡੈਮੋਕ੍ਰੈਟਿਕ ਕੰਟਰੀ ਹੈ। ਹਾਂਜੀ, ਵੋਟਾਂ ਤਾਂ ਆਉਂਦੀਆਂ ਰਹਿੰਦੀਆਂ, ਯਾਨੀ ਜਿਹੜੀ ਵੋਟ ਦੀ ਤਾਕਤ ਨੂੰ ਪਛਾਣੋ। ਠੀਕ, ਚਾਹੇ ਉਹ ਪਿੰਡ ਦੀ ਪੰਚਾਇਤ ਦੀ ਹੈ, ਚਾਹੇ ਕਿਤੇ ਦੀ ਵੀ ਹੈ, ਉਹ ਵੋਟ ਨੂੰ ਵਰਤੋ, ਤਦੇ ਰਿਜ਼ਲਟ ਆਇਆ। ਹੁਣ ਦੇਖੋ ਜੇ ਬਾਬਾ ਸਾਹਿਬ 1937 ਜਿੱਤ ਸਕਦੇ ਆ ਔਰ ਬਹੁਜਨ ਸਮਾਜ ਪਾਰਟੀ ਜਿੱਤ ਸਕਦੀ ਹੈ, ਕਿਉਂਕਿ ਜਿੰਨੇ ਵੀ ਪਰਿਵਰਤਨ ਆਉਣੇ ਆ ਉਹ ਪੋਲੀਟੀਕਲ ਪਾਵਰ ਕਰਕੇ ਹੀ ਆਉਣੇ ਆ। ਜਿਹੜਾ ਕਾਰਵਾ ਇਹ ਨਹੀਂ ਵੀ ਤੁਸੀਂ ਇੱਕ ਘਰ ਬਹਿ ਜਾਓ, ਇਹ ਤਾਂ ਕੰਟੀਨਿਊਸ ਪ੍ਰੋਸੈਸ ਹੈ। ਬਿਲਕੁਲ ਬਿਲਕੁਲ ਬਿਲਕੁਲ। ਜਿਹੜਾ ਸੰਵਿਧਾਨ ਨੂੰ ਬਚਾਉਣਾ ਹੈ ਉਹ ਪੋਲੀਟੀਕਲ ਪਾਵਰ ਨਾਲ ਹੀ ਬਚਣਾ ਹੈ। ਬਿਲਕੁਲ ਠੀਕ ਹੈ, ਠੀਕ ਹੈ। ਹੋਰ ਪੁੱਛਣਾ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਂ ਆਪਦਾ ਆਈ ਐਮ ਐਟ ਯੂਰ ਡਿਸਪੋਜ਼ਲ। ਮੈਂ ਕੋਈ ਇੱਕ ਕੁਛ ਵਿਦਿਆਰਥੀ ਹਾਂ ਬਸ,
ਨਹੀਂ ਬਹੁਤ ਮਿਹਰਬਾਨੀ ਬਹੁਤ ਸਾਰੇ ਲੋਕਾਂ ਕੋਲੋਂ ਤੁਸੀਂ ਬਹੁਤ ਵਧੀਆ ਜਾਣਦੇ ਆ, ਔਰ ਤੁਸੀਂ ਜੋ ਲੋਕਾਂ ਨਾਲ ਗੱਲ ਕਰਦੇ ਨਾ ਸਟ੍ਰੇਟ ਗੱਲ ਹੁੰਦੀ ਹੈ, ਲੋਕ ਈਜ਼ੀਲੀ ਸਮਝ ਜਾਂਦੇ ਆ। ਬਾਬਾ ਸਾਹਿਬ ਨੇ 1916 ਤੋਂ ਲੈ ਕੇ 22 ਤੱਕ ਓਵਰਸੀਜ਼ ਉਹਨਾਂ ਨੇ ਸਟੱਡੀ ਕੀਤੀ। ਬਿਲਕੁਲ ਹਾਂਜੀ। ਅਤੇ ਉਹ ਪਹਿਲਾਂ ਉਹਨਾਂ ਨੇ ਯੂਨੀਵਰਸਿਟੀ ਆਫ ਬੰਬੇ, ਉੱਥੋਂ ਉਹਨਾਂ ਨੇ BA ਅਤੇ MA ਉੱਥੋਂ ਕੀਤੀ। ਉਦੋਂ ਬਾਅਦ ਫਿਰ ਕੋਲੰਬੀਆ ਯੂਨੀਵਰਸਿਟੀ MA PhD ਕੀਤੀ। ਫਿਰ ਯੂਨੀਵਰਸਿਟੀ ਆਫ ਲੰਡਨ MSc DSc ਕੀਤੀ। ਅਤੇ ਫਿਰ ਗ੍ਰੇਸ ਨੇ ਤੋਂ ਬਾਹਰ ਲਾਅ ਕੀਤੀ ਉਹਨਾਂ ਨੇ। ਫਿਰ ਲੰਡਨ ਸਕੂਲ ਆਫ ਇਕਨੋਮਿਕਸ, ਜਿੱਥੇ ਉਹਨੇ ਇਕਨੋਮਿਕਸ ਦੀ ਡਿਗਰੀ ਕੀਤੀ। ਬਿਲਕੁਲ ਬਿਲਕੁਲ, ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਸੀ। ਹਾਂਜੀ 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 ਹਾਂਜੀ। ਅਤੇ ਬਾਬਾ ਸਾਹਿਬ ਦੇ ਬਾਰੇ 'ਚ ਅਸੀਂ ਜਿੰਨਾ ਵੀ ਕਹਿ ਲਈਏ ਉਹਦਾ ਹਿਸਾਬ ਨਹੀਂ। ਹਾਂਜੀ ਕੋਲ। ਹੈਲੋ ਜੀ, ਕੌਣ ਤੋਂ ਕਿੱਥੋਂ ਦਾ ਸਵਾਗਤ ਹੈ ਤੁਹਾਡਾ ਜੀ? ਹੈਲੋ, ਜੈ ਗੁਰਦੇਵ, ਜੈ ਭੀਮ ਭਾਜੀ, ਮੈਂ ਸਤਿਆਰਥ ਬੋਲਦੀ ਬੁਲਵਹਾਮਟਨ ਤੋਂ। ਜੈ ਭੀਮ ਜੀ, ਜੈ ਗੁਰਦੇਵ, ਵੈਲਕਮ ਜੀ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਆ। ਥੈਂਕ ਯੂ ਜੀ। ਤੇ ਮੈਂ ਅੱਜ ਦੇ ਦਿਨ ਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦੀ ਆ ਜੀ, ਰੱਤੂ ਪਰਿਵਾਰ ਵੱਲੋਂ। ਅੱਛਾ ਜੀ। ਤੇ ਸੋ ਸਾਡੇ ਲਈ ਦਿਨ ਬਹੁਤ ਇਹ ਹੈਗਾ ਹਾਰਡ ਹੀ ਆ ਸਮਝੋ। ਹਾਂਜੀ। ਤੇ ਬੜਾ ਦੁੱਖ ਦਾ ਆ ਜੋ ਕੁਛ ਬਾਬਾ ਸਾਹਿਬ ਨੇ ਸਾਨੂੰ ਦਿੱਤਾ ਆ, ਅਸੀਂ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਖਾਸ ਕਰਕੇ ਲੇਡੀਜ਼ ਲਈ ਤਾਂ ਬਹੁਤ ਕੁਛ ਉਹਨਾਂ ਨੇ ਕੀਤਾ, ਤੇ ਸੋ ਜਿਹੜੇ ਲਾਗੂ ਕਰਨ ਵਾਲੇ ਉਹ ਕਰਦੇ ਹੀ ਨਹੀਂ। ਤੇ ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਚੱਲਦਾ, ਤੇ ਤੁਹਾਡਾ ਗਾਣਾ ਵੀ ਬਹੁਤ ਸੋਹਣਾ ਸੀਗਾ, ਤੇ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਤੇ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਅੱਜ ਦੇ ਦਿਨ ਤੇ ਬਾਬਾ ਸਾਹਿਬ ਦੀ। ਜ਼ਰੂਰ ਜੀ, ਜ਼ਰੂਰ। ਹਾਂਜੀ। ਭੀਮ ਰਾਓ ਨੇ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ। ਵਾਹ। ਭੀਮ ਰਾਓ ਨੇ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ। ਪਰਿਨਿਰਵਾਣ 6 ਦਸੰਬਰ ਤਾਈਓ ਦਿਨ ਮਨਾਇਆ ਹੈ। ਪਰਿਨਿਰਵਾਣ 6 ਦਸੰਬਰ ਤਾਈਓ ਦਿਨ ਮਨਾਇਆ ਹੈ। ਭੀਮ ਰਾਓ ਨੇ ਗਰੀਬਾਂ ਖਾਤਰ ਸਾਰੀ ਜ਼ਿੰਦੜੀ ਲਾਈ ਹੈ। ਭੀਮ ਰਾਓ ਨੇ ਗਰੀਬਾਂ ਖਾਤਰ ਸਾਰੀ ਜ਼ਿੰਦੜੀ ਲਾਈ ਹੈ। ਗਰੀਬਾਂ ਤਾਈਂ ਹੱਕ ਦਵਾ ਕੇ ਆਪ ਕੱਟੀ ਅਖਿਆਈ ਹੈ। ਗਰੀਬਾਂ ਤਾਈਂ ਹੱਕ ਦਵਾ ਕੇ ਆਪ ਕੱਟੀ ਅਖਿਆਈ ਹੈ। ਭੀਮ ਦੀ ਕੁਰਬਾਨੀ ਨੇ ਅੱਜ ਸੁੱਤਾ ਜੱਗ ਜਗਾਇਆ ਹੈ। ਭੀਮ ਦੀ ਕੁਰਬਾਨੀ ਨੇ ਅੱਜ ਸੁੱਤਾ ਜੱਗ ਜਗਾਇਆ ਹੈ। ਭੀਮ ਰਾਓ ਨੇ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ। ਪਰਿਨਿਰਵਾਣ 6 ਦਸੰਬਰ ਤਾਈਓ ਦਿਨ ਮਨਾਇਆ ਹੈ। ਗਰੀਬਾਂ ਤਾਈਂ ਮਿਲਣ ਜ਼ਮੀਨਾਂ ਨਾਲੇ ਮਿਲਣ ਨੌਕਰੀਆਂ। ਗਰੀਬਾਂ ਤਾਈਂ ਮਿਲਣ ਜ਼ਮੀਨਾਂ ਨਾਲੇ ਮਿਲਣ ਨੌਕਰੀਆਂ। ਮਜ਼ਦੂਰਾਂ ਦੇ ਸਿਰਾਂ ਤੋਂ ਲੱਥਣ ਬੋਝ ਟੋਕਰੀਆਂ। ਮਜ਼ਦੂਰਾਂ ਦੇ ਸਿਰਾਂ ਤੋਂ ਲੱਥਣ ਬੋਝ ਟੋਕਰੀਆਂ। ਏਦਾਂ ਸੀ ਵਿਧਾਨ ਲਿਖ ਕੇ ਭੀਮ ਨੇ ਕਰਮ ਕਮਾਇਆ ਹੈ। ਏਦਾਂ ਸੀ ਵਿਧਾਨ ਲਿਖ ਕੇ ਭੀਮ ਨੇ ਕਰਮ ਕਮਾਇਆ ਹੈ। ਭੀਮ ਰਾਓ ਨੇ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ। ਪਰਿਨਿਰਵਾਣ 6 ਦਸੰਬਰ ਤਾਈਓ ਦਿਨ ਮਨਾਇਆ ਹੈ। ਭਾਰਤ ਦਾ ਵਿਧਾਨ ਲਿਖ ਕੇ ਗਰੀਬਾਂ ਨੂੰ ਹੱਕ ਦਵਾਏ। ਭਾਰਤ ਦਾ ਵਿਧਾਨ ਲਿਖ ਕੇ ਗਰੀਬਾਂ ਨੂੰ ਹੱਕ ਦਵਾਏ। ਸਭ ਧਰਮ ਬਰਾਬਰ ਕਰਕੇ ਵਿਧਾਨ ਦੇ ਵਿੱਚ ਲਿਖਾਏ। ਸਭ ਧਰਮ ਬਰਾਬਰ ਕਰਕੇ ਵਿਧਾਨ ਦੇ ਵਿੱਚ ਲਿਖਾਏ। ਸਭ ਧਰਮਾਂ ਨੂੰ ਛੱਡ ਕੇ ਸੱਤਿਆ ਰਤੂ ਬੁੱਧ ਧਰਮ ਅਪਣਾਇਆ ਹੈ। ਸਭ ਧਰਮਾਂ ਨੂੰ ਛੱਡ ਕੇ ਸੱਤਿਆ ਰਤੂ ਬੁੱਧ ਧਰਮ ਅਪਣਾਇਆ ਹੈ। ਭੀਮ ਰਾਓ ਨੇ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ। ਪਰਿਨਿਰਵਾਣ 6 ਦਸੰਬਰ ਤਾਈਓ ਦਿਨ ਮਨਾਇਆ ਹੈ। ਆਖਰੀ ਲੈਣਾ। ਭੀਮ ਰਾਓ ਨੇ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ। ਪਰਿਨਿਰਵਾਣ 6 ਦਸੰਬਰ ਤਾਈਓ ਦਿਨ ਮਨਾਇਆ ਹੈ। ਤਾਈਓ ਦਿਨ ਮਨਾਇਆ ਹੈ। ਹਾਂਜੀ, ਦੇਖੋ ਜੀ, ਬਾਬਾ ਸਾਹਿਬ ਨੇ ਔਰਤਾਂ ਨੂੰ ਬਹੁਤ ਵੱਡੀ ਦੇਣ ਦਿੱਤੀ ਆ। ਜੇ ਬਾਬਾ ਸਾਹਿਬ ਨਾ ਆਉਂਦੇ ਤਾਂ ਅਸੀਂ ਕਿੱਥੋਂ ਇਦਾਂ ਦੀਆਂ ਬੋਲਣੀਆਂ ਸੀ ਕਵਿਤਾਂ। ਬਹੁਤ ਖੂਬਸੂਰਤ। ਤੇ ਅਸੀਂ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆ। ਤੇ ਮੈਂ ਅੱਜ ਦੇ ਦਿਨ ਤੇ ਉਹਨਾਂ ਲਈ ਦੇਖੋ ਜੀ, ਔਰਤਾਂ ਤਾਂ ਲਕੋ ਕੇ ਬਹਿਣਾ ਪੈਂਦਾ ਸੀ, ਲੁਕ ਕੇ। ਕੋਈ ਘਰ ਨਹੀਂ ਸੀ ਨਾ ਲਵਾ ਸਕਦੀ, ਕੋਈ ਥਾਂ ਨਹੀਂ ਸੀ ਨਾ ਲਵਾ ਸਕਦੀ। ਹਾਂਜੀ। ਬਾਬਾ ਸਾਹਿਬ ਨਾ ਆਉਂਦੇ ਤਾਂ ਕਿਹਨੇ ਦੇਣੇ ਸੀ ਹੱਕ। ਅੱਜ ਅਸੀਂ ਬੜੀ ਟੌਰ ਦੇ ਨਾਲ ਬੈਂਕਾਂ ਨੂੰ ਜਾਈਦਾ, ਨਹੀਂ ਤਾਂ ਅਸੀਂ ਕੋਈ ਬੈਂਕ ਬੁੱਕ ਵੀ ਨਹੀਂ ਸੀ ਬਣਾ ਸਕਦੇ। ਅੱਜ ਤਾਂ ਤੁਸੀਂ ਕਵੀ ਬਣੇ ਹੋਏ ਆ ਬਹੁਤ। ਹਾਂਜੀ ਜੀ, ਬਾਬਾ ਸਾਹਿਬ ਦੀ ਜੋ ਦੇਣ ਆ। ਨਹੀਂ, ਬਹੁਤ ਵਧੀਆ। ਸਾਨੂੰ ਉਹਨਾਂ ਤੋਂ ਸਿੱਖਣੇ ਨੂੰ ਮਿਲਿਆ। ਮੈਂ ਬਹੁਤ ਬਹੁਤ ਤੁਹਾਡਾ ਥੈਂਕ ਯੂ ਕਰਦੀ। ਤਾਂ ਪ੍ਰੋਗਰਾਮ ਬਹੁਤ ਤੁਸੀਂ ਬਹੁਤ ਵਧੀਆ ਕਵਿਤਾ ਸੁਣਾਈ ਆ। ਹਾਂਜੀ, ਜੈ ਗੁਰਦੇਵ ਜੀ, ਜੈ ਭੀਮ। ਸਤਿਆਰਥ ਭੈਣ ਜੀ, ਮੇਰੀ ਇਹ ਗੱਲ ਖਿਆਲ ਨਾਲ ਸੁਣਿਓ ਆਪਣੀ ਕਵਿਤਾ ਦੇ ਬਾਰੇ 'ਚ। ਤੁਸੀਂ ਬਹੁਤ ਵਧੀਆ ਲਿਖਿਆ, ਪਰ ਜਿਹੜਾ ਲਫ਼ਜ਼ ਧਰਮ ਆ,
ਇਹਨੂੰ ਬਦਲ ਕੇ ਧੰਮ ਦੀ ਗੱਲ ਕਰੋ, ਕਿਉਂਕਿ ਬਾਬਾ ਸਾਹਿਬ ਨੇ ਜਿਹੜਾ ਧੰਮ ਐਕਸੈਪਟ ਕੀਤਾ ਸੀ। ਧਰਮ ਤਾਂ ਉਹ ਜਿਹੜੀ ਮੁੜ ਕੇ ਫੇਰ ਗਦੀ ਗੇੜ ਵਾਲੀ ਗੱਲ ਪੈ ਜਾਣੀ ਪੈਂਦੀ ਆ। ਆਪਾਂ ਨੂੰ ਜਿਹੜੇ ਬੰਦੇ ਬੁੱਧਿਸਟ ਵਿਚਾਰਧਾਰਾ ਨੂੰ ਮੰਨਣ ਵਾਲੇ ਹੈਗੇ ਆ ਜਾਂ ਸਮਝਣ ਵਾਲੇ ਹੈਗੇ ਆ, ਉਹਨਾਂ ਨੂੰ ਜਿਹੜੇ ਲਫ਼ਜ਼ਾਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ। ਬੁੱਧ ਧੰਮ ਉਹਨਾਂ ਨੇ ਸਵੀਕਾਰ, ਮੈਂ ਤਾਂ ਹੀ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ, ਜਿਹੜਾ ਉਹਨਾਂ ਨੇ ਜਿਹੜੀ ਵਿਚਾਰਧਾਰਾ ਹੈਗੀ ਉਹ ਬਹੁਤ ਅੱਛਾ। ਇੱਕ ਬਹੁਤ ਵੱਡਾ ਕਨਸੈਪਟ ਹੈ ਕਨਸਟੀਟਿਊਸ਼ਨ ਦਾ। ਹੈਲੋ, ਹਾਂਜੀ, ਕੌਣ ਤੇ ਕਿੱਥੋਂ ਬੋਲਦੇ? ਸਵਾਗਤ ਹੈ ਤੁਹਾਡਾ। ਹੈਲੋ ਜੀ, ਜੈ ਭੀਮ ਜੈ ਭਾਰਤ ਜੀ। ਜੈ ਭੀਮ ਜੈ ਭਾਰਤ। ਕੌਣ ਤੇ ਕਿੱਥੋਂ ਬੋਲਦੇ ਜੀ? ਮੈਂ ਲੰਡਨ ਤੋਂ ਪ੍ਰੇਮਾ ਮੋੜ ਹੈ ਜੀ। ਹਾਂਜੀ ਮਾਨ ਸਾਹਿਬ। ਮਾਨ ਸਾਹਿਬ, ਸਵਾਗਤ ਤੁਹਾਡਾ। ਠੀਕ ਹੈ, ਹਾਂਜੀ ਬਿਲਕੁਲ ਜੀ। ਪਹਿਲੇ ਤਾਂ ਜੀ ਇੱਕੇ ਦਿਨੋਂ ਤੁਹਾਡਾ ਜਿਹੜਾ ਅੱਜ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਆ, ਮੇਰੇ ਵੱਲੋਂ ਵੀ ਸਾਰਿਆਂ ਨੂੰ ਜਿਹਨਾਂ ਬਾਬਾ ਸਾਹਿਬ ਦੇ ਜੋ ਕੀਤੇ ਹੋਏ ਕੰਮਾਂ ਨੂੰ ਉਹਨਾਂ ਨੂੰ ਬਹੁਤ ਬਹੁਤ ਸ਼ਰਧਾਂਜਲੀ ਹੈ। ਲੇਕਿਨ ਬਾਬਾ ਸਾਹਿਬ ਨੇ ਜੋ ਕੁਝ ਸਾਡੇ ਲਈ ਕੀਤਾ ਉਹ ਕਿਸੇ ਗੁਰੂ ਪੀਰ ਪੈਗੰਬਰ ਨੇ ਨਹੀਂ ਕੀਤਾ। ਉਹ ਬਾਬਾ ਸਾਹਿਬ ਦੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਨਾ ਦੇਖਦਿਆਂ ਹੋਇਆਂ, ਆਪਣੇ ਮਿਸਿਜ ਨੂੰ, ਆਪਣੇ 4 ਬੱਚੇ ਉਹਨਾਂ ਨੇ ਕੁਰਬਾਨ ਕਰ ਦਿੱਤੇ, ਇਲਾਜ ਦੇ ਦੁੱਖੋਂ ਚਲੇ ਗਏ। ਲੇਕਿਨ ਉਹਨਾਂ ਨੇ ਇਕੱਲਿਆਂ ਨੇ ਸਾਡੇ ਕਰੋੜਾਂ ਲੋਕਾਂ ਵਾਸਤੇ ਸਾਰਾ ਕੁਝ ਕੀਤਾ। ਲੇਕਿਨ ਅਸੀਂ ਅੱਜ ਕਰੋੜਾਂ ਲੋਕ ਆਪਣਾ ਕਿਤੇ ਨਾ ਖੁੱਤੀਆਂ ਜਿਹੀਆਂ ਪੱਟਣ ਲੱਗੇ ਆ, ਵੰਡ ਹੋਏ ਆ। ਤੇ ਸਾਨੂੰ ਚਾਹੀਦਾ ਕਿ ਬਾਬਾ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈਗਾ। ਵੈਸੇ ਤਾਂ ਆਪਣੇ ਸਾਡੇ ਪਹਿਲੇ ਕਾਲਰ ਬਹੁਤ ਕੁਝ ਕਹਿ ਗਏ ਆ, ਲੇਕਿਨ ਬਾਬਾ ਸਾਹਿਬ ਨੇ ਜੋ ਕੁਝ ਸਾਡੇ ਲਈ ਸੰਵਿਧਾਨ ਲਿਖਿਆ, ਉਹਨਾਂ ਦਾ ਜਿਹੜਾ ਕਾਰਵਾਂ ਆ, ਉਹਨਾਂ ਦਾ ਕਾਰਵਾਂ ਇਹ ਸੀਗਾ ਕਿ ਸਮਾਜ ਨੂੰ ਇਹਨੂੰ ਕਿੱਦਾਂ ਚੇਂਜ ਕਰਨਾ ਔਰ ਦੇਸ਼ ਦੀ ਤਰੱਕੀ ਵਾਸਤੇ ਕਿੱਦਾਂ ਸੋਚਣਾ, ਔਰ ਜਿਹੜਾ ਸੰਵਿਧਾਨ ਮੈਂ ਲਿਖਿਆ ਇਹਦੀ ਰਾਖੀ ਕਿੱਦਾਂ ਕਰਨਾ। ਇਹ ਉਹਨਾਂ ਦਾ ਕਾਰਵਾਂ ਸੀ ਕਿ ਸਮਾਜਿਕ ਚੇਂਜਸ ਮੈਂ ਕਿੱਦਾਂ ਲਿਆਉਣੀਆਂ ਔਰ ਧਾਰਮਿਕ ਜਿਹਦੀ ਚੇਂਜਸ ਆ, ਅੰਧ ਵਿਸ਼ਵਾਸ ਚੋਂ ਲੋਕਾਂ ਨੂੰ ਕਿੱਦਾਂ ਮੈਂ ਕੱਢਣਾ, ਇਹ ਉਹਨਾਂ ਦਾ ਕਾਰਵਾਂ ਸੀਗਾ। ਇਹ ਅੱਜ ਸਾਡਾ ਉਹ ਕਾਰਵਾਂ ਇਸ ਵੇਲੇ ਰੁਕਿਆ ਹੋਇਆ ਹੈ। ਜਿਹੜੀ ਕਿ ਅੱਜ ਦੀ ਗੌਰਮੈਂਟ ਆ, ਉਹ ਕਾਰਵਾਂ ਅੱਗੇ ਨਹੀਂ ਵਧਣ ਦੇ ਰਹੀ। ਤੇ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਉਸ ਕਾਰਵਾਂ ਨੂੰ, ਉਸ ਤਬਦੀਲੀ ਨੂੰ ਅੱਗੇ ਲਿਜਾਣਾ। ਇਹ ਕਾਰਵਾਂ ਆ, ਉਹ ਕੋਈ ਕਾਰ ਨਹੀਂ ਸੀ ਜਿਹੜੀ ਖੜੀ ਟਰੱਕ ਖੜਾ ਇੱਥੇ ਖੜਾ ਉਹਨੂੰ ਧੱਕਾ ਲਾ ਕੇ ਅੱਗੇ ਲਿਜਾਣਾ। ਇਹ ਉਹਨਾਂ ਦਾ ਕਾਰਵਾਂ ਸੀ ਕਿ ਮੈਂ ਸਮਾਜਿਕ ਤਬਦੀਲੀ, ਇਹ ਦੇਸ਼ ਦੇ ਵੀ ਇਹਦੀ ਤਰੱਕੀ ਲਈ ਕੰਮ ਕਰਨਾ ਜਿਹੜਾ ਹੈ ਨਾ, ਉਹ ਉਹਨਾਂ ਦਾ ਕਾਰਵਾਂ ਸੀਗਾ। ਉਹ ਸਾਰਾ ਕੁਝ ਉਹਨਾਂ ਨੇ ਸੰਵਿਧਾਨ ਦੇ ਵਿੱਚ ਲਿਖ ਕੇ ਦੇ ਦਿੱਤਾ। ਤੇ ਇਸ ਕਰਕੇ ਸਾਡੇ ਲੋਕਾਂ ਨੇ ਤਾਂ ਇਹ ਸਮਝਿਆ ਵੀ ਉਹਨਾਂ ਦਾ ਕਾਰਵਾਂ ਵੀ ਅਸੀਂ ਧੱਕਾ ਲਾ ਕੇ ਅੱਗੇ ਕਰਨਾ। ਇਹ ਕਾਰਵਾਂ ਉਹੀ ਹੈ, ਆਪਣੇ ਮਨ ਦੇ ਵਿੱਚ ਉਹਨਾਂ ਦਾ ਸਤਿਕਾਰ ਕਰਦਿਆਂ ਹੋਇਆ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਕਿ ਵੋਟ ਦਾ ਅਧਿਕਾਰ, ਸੰਵਿਧਾਨ ਦਾ ਮਾਣ ਔਰ ਇਹਦੀ ਰੱਖਿਆ ਕਰਨਾ, ਇਹੀ ਉਹਨਾਂ ਦਾ ਸੰਵਿਧਾਨ ਸੀ। ਮੈਂ ਜ਼ਿਆਦਾ ਨਾ ਕਹਿੰਦਾ ਹੋਇਆ, ਬਾਕੀ ਵੀ ਕਾਲਰ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਗੱਲ ਕਰ ਰਿਹਾ ਸੀ ਡਾਕਟਰ ਸਾਹਿਬ ਤੇ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਲਿਖਿਆ ਹੀ ਉਹਨਾਂ ਨੇ ਸੀ। ਹੀ ਵਾਸ ਦ ਓਨਲੀ ਵਨ। ਅੱਛਾ, ਜੇ ਬਾਬਾ ਸਾਹਿਬ ਵਿਧਾਨ ਨਾ ਲਿਖਦੇ, ਕਿਉਂਕਿ ਵਿਧਾਨ ਤਾਂ ਹੋਣਾ ਹੀ ਸੀ ਕਿਸੇ ਦਾ, ਕੀ ਫਰਕ ਪੈਂਦਾ ਸੀ? ਬਾਬਾ ਸਾਹਿਬ ਲਿਖਤਾ ਚਾਹੇ ਨਹਿਰੂ ਲਿਖਤਾ। ਜੇ ਮੇਰੇ ਸਾਹਿਬ ਜੇ ਬਾਬਾ ਸਾਹਿਬ ਨਾ ਲਿਖਦੇ ਨਾ ਤੇ ਫਿਰ ਜਾਣੀ ਕਿ ਮਨੂਸਿਪਲਟੀ ਵਾਲਾ ਜਾਣੀ ਕਿ ਜਿਹੜਾ ਪਹਿਲਾ ਕੰਮ ਸੀ ਉਹ ਇਹਨਾਂ ਨੇ ਕਰਨਾ ਸੀਗਾ। ਦੈਟ ਇਜ਼ ਦ ਬਿਗੇਸਟ ਚੇਂਜ, ਕਿਉਂਕਿ ਉਹਨਾਂ ਨੇ ਦੁਨੀਆ ਭਰ ਦੇ ਜਿਹੜੇ ਸੰਵਿਧਾਨ ਸੀ ਇੱਕ ਤਾਂ ਉਹ ਘੋਖੇ, ਫਿਰ ਉਸ ਤੋਂ ਬਾਅਦ ਜਾਣੀ ਕਿ ਉਹਨਾਂ ਦੇਖਿਆ ਜਾਣੀ ਕਿ ਜਿਹਨਾਂ ਲੋਕਾਂ 'ਤੇ ਇੰਨੀ ਦੇਰ ਦਾ ਆਪਰੇਸ਼ਨ ਹੋ ਰਿਹਾ ਹੈਗਾ, ਉਹਨਾਂ ਦੀ ਲਿਬਰੇਸ਼ਨ ਕਿੱਦਾਂ ਹੋ ਸਕਦੀ ਹੈਗੀ ਆ। ਦੈਟ ਵਾਸ ਦੀ ਮੋਸਟ। ਜੀ ਹੈਲੋ ਜੀ, ਕੌਣ ਤੋਂ ਕਿੱਥੋਂ ਬਦਲ ਸਵਾਗਤ ਹੈ ਤੁਹਾਡਾ ਜੀ, ਬਹੁਤ ਬਹੁਤ ਵੈਲਕਮ ਜੀ। ਹੈਲੋ ਭਾਜੀ, ਜੈ ਗੁਰੂਦੇਵ ਜੀ। ਹਾਂਜੀ ਜੈ ਗੁਰੂਦੇਵ ਜੀ। ਹਾਂ ਭਾਈ, ਮੈਂ ਦਵਿੰਦਰ ਕੁਮਾਰ ਬੋਲਦਾ ਜੀ ਲੰਡਨ ਤੋਂ। ਹਾਂਜੀ ਦਵਿੰਦਰ ਜੀ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜੀ ਬਾਬਾ ਸਾਹਿਬ ਦੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। ਹਾਂਜੀ, ਗੱਲ ਭਾਜੀ ਇਹ ਹੈਗੀ ਆ ਕਿ ਬਾਬਾ ਸਾਹਿਬ ਤਾਂ ਸਾਡੇ ਵਾਸਤੇ ਜਾਂ ਹੋਰ ਵੀ ਸਾਡੇ ਜਿੰਨੇ ਵੀ ਵੱਡੇ ਵਡੇਰੇ ਹੋਏ ਆ, ਉਹ ਤਾਂ ਸਾਡੇ ਵਾਸਤੇ ਸਭ ਕੁਝ ਕਰ ਗਏ। ਹਾਂਜੀ, ਪਰ ਅੱਜ ਲੋੜ ਹੈਗੀ ਆ ਕਿ ਸਾਨੂੰ ਉਹਨਾਂ ਦੇ ਬਣਾਏ ਹੋਏ ਅਸੂਲਾਂ ਤੇ ਚੱਲਣ ਦੀ। ਜਿੰਨੀ ਦੇਰ ਅਸੀਂ ਜਾਂ ਸਾਡਾ ਸਮਾਜ ਉਹਨਾਂ ਦੇ ਅਸੂਲਾਂ ਤੇ ਨਾ ਚੱਲੂਗਾ, ਅਸੀਂ ਕਾਮਯਾਬ ਨਹੀਂ ਹੋ ਸਕਦੇ। ਇਹ ਸਾਡਾ ਹੀ ਫਰਜ਼ ਬਣਦਾ ਵਾ ਕਿ ਉਹਨਾਂ ਦੀ ਜੋ ਕੁਝ ਉਹਨਾਂ ਨੇ ਸਾਨੂੰ ਦਿੱਤਾ, ਅਸੀਂ ਉਹਨਾਂ ਦੇ ਅਸੂਲਾਂ ਤੇ ਚੱਲੀਏ। ਅਗਰ ਅਸੀਂ ਉਹਨਾਂ ਦੇ ਅਸੂਲਾਂ ਤੇ ਚੱਲਾਂਗੇ ਤੇ ਫਿਰ ਅਸੀਂ ਕਾਮਯਾਬ ਹੋਵਾਂਗੇ। ਜੇ ਅਗਰ ਨਹੀਂ ਚੱਲਾਂਗੇ ਤਾਂ ਫਿਰ ਸਾਡਾ ਹਾਲ ਮਾੜਾ ਹੋਊਗਾ। ਸੋ ਅੱਜ ਕੱਲ੍ਹ ਮੈਂ ਤਾਂ ਇਹੀ ਆਪਣੇ ਸਮਾਜ ਨੂੰ ਬੇਨਤੀ ਕਰਦਾ ਵੀ ਤੁਸੀਂ ਅਸੂਲਾਂ ਤੇ ਚੱਲੋ। ਤਾਂ ਇਹਦੇ ਵਿੱਚ ਇਹ ਗੱਲ ਦੇ ਵਿੱਚ ਮੋਦੀ ਸਾਹਿਬ ਵੀ ਆਉਂਦੇ ਆ ਕਿ ਇਹ ਬਾਬਾ ਸਾਹਿਬ ਦੀ ਗੱਲ ਤਾਂ ਦਿੰਦੇ ਆ ਉਹਨਾਂ ਦੀ, ਪਰ ਇਹ ਮੋਦੀ ਸਾਹਿਬ ਆਪ ਤਾਂ ਉਹਨਾਂ ਦੇ ਅਸੂਲਾਂ ਤੇ ਚੱਲਦੇ ਨਹੀਂ ਹੈ। ਅੱਜ ਇਹਨਾਂ ਨੇ ਸਾਰਾ ਪੰਜਾਬ ਬੰਨ੍ਹ ਕੇ ਰੱਖਿਆ ਹੋਇਆ। ਮੈਂ ਕਹਿੰਦਾ ਇਹੋ ਜਿਹੇ ਪ੍ਰਧਾਨ ਮੰਤਰੀ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਸਾਡੀਆਂ ਉੱਥੇ ਬੀਬੀਆਂ ਭੈਣਾਂ ਸਾਰੀਆਂ ਬੈਠੀਆਂ ਵਾ, ਇਹਨੂੰ ਸ਼ਰਮ ਨਹੀਂ ਆਉਂਦੀ ਕੋਈ।
ਇਹ ਬਾਬਾ ਸਾਹਿਬ ਦਾ ਨਾਂ ਤਾਂ ਲੈਂਦਾ, ਪਰ ਇਹ ਆਪ ਉਹਨਾਂ ਅਸੂਲਾਂ ਤੇ ਚੱਲਦਾ ਕਿਉਂ ਨਹੀਂ ਜੀ? ਤੇ ਮੈਂ ਇਹੀ ਕਹਿਣਾ ਕਿ ਬੇਸ਼ੱਕ ਮੇਰੀ ਗੱਲ YouTube ਤੇ ਪਾ ਦਿਓ ਕਿ ਮੋਦੀ ਦੇ ਕੰਨੀ ਪਵੇ, ਥੋੜੀ ਜਿਹੀ ਸ਼ਰਮ ਕਰ ਲਈ। ਹਾਂਜੀ, ਸੋ ਥੈਂਕ ਯੂ ਸਰ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਜੋ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਜੇ ਕਨਸਟੀਟਿਊਸ਼ਨ ਹੋਰ ਕੋਈ ਲਿਖਦਾ, ਜਿਹੜੇ ਸਾਨੂੰ ਹਕੂਕ ਮਿਲੇ, ਜਿਹੜੀ ਸਾਨੂੰ ਪਾਵਰ ਮਿਲੀ ਸੋਚਣ ਲਈ, ਜਿਹੜੀ ਸਾਨੂੰ ਇੱਕ ਅਥਾਰਟੀ ਮਿਲੀ ਵੋਟ ਪਾਉਣ ਦੀ, ਅਸੀਂ ਆਪਣੇ ਨੁਮਾਇੰਦੇ, ਅਸੀਂ ਵੋਟ ਨੂੰ ਗਲਤ ਸਮਝ ਕਰਦੇ, ਉਹ ਸਾਡਾ ਕਸੂਰ ਆ। ਲੇਕਿਨ ਜਿਹੜਾ ਸਾਨੂੰ ਅਧਿਕਾਰ ਮਿਲੇ, ਸਾਨੂੰ ਇਸ ਕਾਬਲ ਬਣਾਤਾ ਕਿ ਅਸੀਂ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਹੱਕਾਂ ਦੀ ਗੱਲ ਕਰ ਸਕੀਏ, ਦੇਸ਼ ਦੀ ਤਰੱਕੀ ਵਿੱਚ ਅਸੀਂ ਹਿੱਸਾ ਪਾ ਸਕੀਏ, ਇਹ ਬਾਬਾ ਸਾਹਿਬ ਨੇ ਸਾਨੂੰ ਹੱਕ ਦਿੱਤਾ। ਜੇ ਕੋਈ ਹੋਰ ਕੋਈ ਲਿਖਦਾ ਤਾਂ ਇਹ ਗੱਲਾਂ ਸਾਡੇ ਹੱਕ 'ਚ ਨਹੀਂ ਚਾਹੁੰਦੀਆਂ। ਮੈਂ ਵੀ ਇੱਕ ਸ਼ਰਧਾਂਜਲੀ ਤੌਰ 'ਤੇ ਇੱਕ ਮੈਂ ਪੇਸ਼ ਕਰਨੀ ਚਾਹੁੰਦਾ। ਪਹਿਲਾਂ ਭੈਣ ਰਤੂ ਜੀ ਆਪਣੀ ਕਵਿਤਾ ਪੜ੍ਹ ਕੇ ਗਏ ਆ, ਅਤੇ ਮੈਂ ਕਵਿਤਾ ਲਿਖੀ ਸੀ ਕਿ ਵੀ ਬਹੁਤ ਪੁਰਾਣੀ ਗੱਲ ਨਹੀਂ, ਹਾਂਜੀ, ਬਹੁਤ ਪੁਰਾਣੀ ਗੱਲ ਨਹੀਂ, ਦੇਖੋ ਫਰੋਲ ਵਰਕੇ, ਬਹੁਤ ਪੁਰਾਣੀ ਗੱਲ ਨਹੀਂ, ਦੇਖੋ ਫਰੋਲ ਵਰਕੇ, ਨਿਰਵਾਣ ਪਾ ਗਿਆ ਕੋਈ ਸਾਡਾ ਸੁਧਾਰ ਕਰਕੇ। ਸਦੀਆਂ ਪੁਰਾਣੀ ਗੱਲ ਨਹੀਂ, ਥੋੜ੍ਹੇ ਹੀ ਸਾਲ ਬੀਤੇ, ਸਦੀਆਂ ਪੁਰਾਣੀ ਗੱਲ ਨਹੀਂ, ਥੋੜ੍ਹੇ ਹੀ ਸਾਲ ਗੁਜ਼ਰੇ, ਉਸ ਦੀ ਹੀ ਮਿਹਰਬਾਨੀ ਸਾਡੇ ਹਾਲਾਤ ਸੁਧਰੇ। ਸਦੀਆਂ ਪੁਰਾਣੀ ਗੱਲ ਨਹੀਂ, ਥੋੜ੍ਹੇ ਹੀ ਸਾਲ ਬੀਤੇ, ਉਸ ਦੀ ਹੀ ਮਿਹਰਬਾਨੀ ਸਾਡੇ ਹਾਲਾਤ ਸੁਧਰੇ। ਸਾਨੂੰ ਨਾ ਸਮਝਦਾ ਸੀ ਬੰਦਾ ਕੋਈ ਬੰਦਾ ਕਰਕੇ, ਨਿਰਵਾਣ ਪਾ ਗਿਆ ਕੋਈ ਸਾਡਾ ਸੁਧਾਰ ਕਰਕੇ। ਬਿਲਕੁਲ। ਕੱਲਾ ਹੀ ਰਿਹਾ ਲੜਦਾ ਉਹ ਜ਼ਾਲਮ ਟੋਲਿਆਂ ਨਾਲ, ਕੱਲਾ ਹੀ ਰਿਹਾ ਲੜਦਾ ਉਹ ਜ਼ਾਲਮ ਟੋਲਿਆਂ ਨਾਲ, ਬੰਦਿਆਂ ਦਾ ਘਾਣ ਨਹੀਂ ਕੀਤਾ ਬੰਬਾਂ ਜਾਂ ਗੋਲਿਆਂ ਨਾਲ। ਕੱਲਾ ਹੀ ਰਿਹਾ ਲੜਦਾ ਉਹ ਜ਼ਾਲਮ ਟੋਲਿਆਂ ਨਾਲ, ਬੰਦਿਆਂ ਦਾ ਘਾਣ ਨਹੀਂ ਕੀਤਾ ਬੰਬਾਂ ਜਾਂ ਗੋਲਿਆਂ ਨਾਲ। ਕਰੋ ਇੱਜ਼ਤ ਤੇ ਕਰਾਓ ਕਿਹਾ ਸਾਰੇ ਬਾਜ਼ਾਰ ਖੜਕੇ, ਨਿਰਵਾਣ ਪਾ ਗਿਆ ਕੋਈ ਸਾਡਾ ਸੁਧਾਰ ਕਰਕੇ। ਬਹੁਤ ਪੁਰਾਣੀ ਗੱਲ ਨਹੀਂ, ਦੇਖੋ ਫਰੋਲ ਵਰਕੇ, ਨਿਰਵਾਣ ਪਾ ਗਿਆ ਕੋਈ ਸਾਡਾ ਸੁਧਾਰ ਕਰਕੇ। ਉੱਚਾ ਤੇ ਕੌਣ ਨੀਵਾਂ, ਬੰਦਾ ਤੇ ਆਖਰ ਬੰਦਾ, ਉੱਚਾ ਤੇ ਕੌਣ ਨੀਵਾਂ, ਬੰਦਾ ਤੇ ਆਖਰ ਬੰਦਾ। ਜੀਣੇ ਦਾ ਹੱਕ ਹੈ ਸਭ ਨੂੰ, ਕਰਦਾ ਕੋਈ ਵੀ ਧੰਦਾ। ਜੋ ਸਤਿਕਾਰ ਹਰ ਕਿਸੇ ਦਾ, ਹੋ ਸਤਿਕਾਰ ਹਰ ਕਿਸੇ ਦਾ। ਤੁਰਿਆ ਜਾ ਸਿੱਧੀ ਸੜਕੇ, ਨਿਰਵਾਣ ਪਾ ਗਿਆ ਉਹ ਸਾਡਾ ਸੁਧਾਰ ਕਰਕੇ। ਗੁਲਾਮੀ ਦੇ ਸੰਗਲ ਉਸਨੇ ਭੰਨ ਦਿੱਤੇ ਤੋੜ ਦਿੱਤੇ, ਗੁਲਾਮੀ ਦੇ ਸੰਗਲ ਉਸਨੇ ਭੰਨ ਦਿੱਤੇ ਤੋੜ ਦਿੱਤੇ। ਹੱਕ ਲੈ ਕੇ ਦਿੱਤੇ ਸਾਰੇ, ਜੋ ਜ਼ਾਲਮਾਂ ਸੀ ਲੁੱਟੇ। ਗੁਲਾਮੀ ਦੇ ਸੰਗਲ ਉਸਨੇ ਭੰਨ ਦਿੱਤੇ ਤੋੜ ਸੁੱਟੇ। ਹੱਕ ਲੈ ਕੇ ਦਿੱਤੇ ਸਾਰੇ, ਜੋ ਸੀ ਜ਼ਾਲਮਾਂ ਨੇ ਲੁੱਟੇ। ਉਸ ਦੇ ਹੀ ਸੋਲੇ ਗਾਓ ਕੰਨ ਉੱਤੇ ਹੱਥ ਧਰ ਕੇ, ਨਿਰਵਾਣ ਪਾ ਗਿਆ ਕੋਈ ਸਾਡਾ ਸੁਧਾਰ ਕਰਕੇ। 6 ਦਸੰਬਰ ਦਾ ਦਿਨ ਸੀ ਬਹੁਤ ਡਰਾਉਣਾ, 6 ਦਸੰਬਰ ਦਾ ਦਿਨ, 6 ਦਸੰਬਰ ਸੰਨ 56 ਦਾ ਦਿਨ ਸੀ ਬਹੁਤ ਡਰਾਉਣਾ। ਭਾਰਤ ਨੂੰ ਦੇ ਵਿਧਾਨ ਹੋ ਤੁਰਿਆ ਉਹ ਪ੍ਰਾਹੁਣਾ। ਸਭ ਵਿਤਕਰੇ ਮਿਟਾਏ ਜ਼ਰਾ ਦੇਖੋ ਵਿਧਾਨ ਪੜ੍ਹ ਕੇ, ਨਿਰਵਾਣ ਪਾ ਗਿਆ ਕੋਈ ਸਾਡਾ ਸੁਧਾਰ ਕਰਕੇ। ਆਖਰੀ ਮਿਸਰਾ ਜੀ, ਧਰਮ ਹੈ ਕਰੇ ਸਲਾਮਾ ਉਸ ਦਾਨੀ ਦੇਵਤੇ ਨੂੰ, ਧਰਮ ਹੈ ਕਰੋ ਸਲਾਮਾ ਉਸ ਦਾਨੀ ਦੇਵਤੇ ਨੂੰ। ਇਹ ਸਮਝ ਸਕੇ ਨਾ ਕੋਈ ਗਿਆ ਕਿਹੜੇ ਰਾਸਤੇ ਨੂੰ। ਧਰਮ ਹੈ ਕਰੋ ਸਲਾਮਾ ਉਸ ਦਾਨੀ ਦੇਵਤੇ ਨੂੰ। ਇਹ ਸਮਝ ਸਕੇ ਨਾ ਕੋਈ ਗਿਆ ਕਿਹੜੇ ਰਾਸਤੇ ਨੂੰ। ਜਿਹੜੇ ਤੁਰ ਗਿਆ ਤੂੰ ਰਾਹੀ, ਜਿਹੜੇ ਤੁਰ ਗਿਆ ਤੂੰ ਵਤਨੀ, ਉੱਥੋਂ ਨਾ ਕੋਈ ਵੀ ਪਰਤੇ। ਨਿਰਵਾਣ ਪਾ ਗਿਆ ਕੋਈ ਸਾਡਾ ਸੁਧਾਰ ਕਰਕੇ। ਬਹੁਤ ਪੁਰਾਣੀ ਗੱਲ ਨਹੀਂ, ਦੇਖੋ ਫਰੋਲ ਵਰਕੇ, ਨਿਰਵਾਣ ਪਾ ਗਿਆ ਕੋਈ ਸਾਡਾ ਸੁਧਾਰ ਕਰਕੇ। ਇਹ ਜੀ ਸਿੱਧ ਮੇਰੀ ਕਵਿਤਾ। ਤੇ ਹਾਂਜੀ, ਹੈਲੋ ਜੀ, ਕੌਣ ਤੋਂ ਕਿੱਥੋਂ ਦਾ ਸਵਾਗਤ ਹੈ ਤੁਹਾਡਾ? ਬਹੁਤ ਬਹੁਤ ਹੈਲੋ ਜੀ, ਮੈਂ ਅਰਵਿੰਦ ਸਾਲ ਬੋਲ ਰਿਹਾ ਸੌਤਾਲ ਤੋਂ। ਹਾਂਜੀ, ਸਵਾਗਤ ਹੈ ਤੁਹਾਡਾ। ਪ੍ਰੋਗਰਾਮ ਸੁਣ ਰਿਹਾ ਤੁਹਾਡਾ। ਥੈਂਕ ਯੂ ਜੀ। ਤੇ ਬੜੇ ਤੁਸੀਂ ਜਿਹੜੇ ਵਿਚਾਰ ਪੇਸ਼ ਕੀਤੇ ਬੜੇ ਚੰਗੇ ਲੱਗੇ। ਥੈਂਕ ਯੂ ਜੀ। ਮੇਰੇ ਸਾਹਿਬ ਡਾਕਟਰ ਸਾਹਿਬ ਬੈਠੇ ਆ। ਗੱਲ ਇਹ ਹੈ ਵੀ ਤੁਸੀਂ ਅੱਜ 4 ਦਸੰਬਰ ਦੀ ਗੱਲ ਕੀਤੀ। ਹਾਂਜੀ। ਲੇਡੀਜ਼ ਦੇ ਉਧਾਰ ਵਾਸਤੇ ਜਿਹੜੇ ਡਾਕਟਰ ਸਾਹਿਬ ਨੇ ਕੰਮ ਕੀਤਾ। ਗੱਲ ਇਹ ਹੈ ਕਿ ਡਾਕਟਰ ਸਾਹਿਬ ਤਾਂ ਬਹੁਤ ਕੁਝ ਕਹਿ ਗਏ ਆ। ਹਾਂਜੀ। ਪਰ ਕਿਆ ਅਸੀਂ ਉਸ ਚੀਜ਼ ਨੂੰ ਅਸਲੀ ਜਾਮਾ
ਪ੍ਰੈਕਟੀਕਲ ਸ਼ੇਪ ਦੇ ਸਕੇ। ਕਿਉਂਕਿ ਮੈਂ ਆਪਣੀ ਲਾਈਫ ਜੋ ਦੇਖਿਆ, ਅਸੀਂ ਅੱਜ ਤੱਕ ਲੜਕੀਆਂ ਨੂੰ ਉੱਚੀ ਵਿੱਦਿਆ ਤੱਕ ਲੈ ਕੇ ਨਹੀਂ ਜਾ ਸਕੇ। ਪੇਰੈਂਟਸ ਜਿਹੜੇ ਆ, ਮੈਨੂੰ ਨਹੀਂ ਸਮਝਦਾ ਕਿ ਕੋਈ ਇਸ ਚੀਜ਼ ਤੋਂ ਕਿਉਂ ਇਹ ਚਾਹੁੰਦੇ ਆ। ਮੇਰੀ ਆਪਣੀ ਲਾਈਫ ਇੱਥੇ ਇੰਗਲੈਂਡ 'ਚ ਰਹਿੰਦਿਆਂ ਤਕਰੀਬਨ 60 ਸਾਲ ਦੀ ਹੋ ਚੁੱਕੀ ਹੈ। ਓਕੇ। ਔਰ ਮੈਂ ਇੱਥੇ ਵੀ ਇੱਕ ਸੰਸਥਾ ਦਾ ਮੈਂਬਰ ਹਾਂ ਜਿਨ੍ਹਾਂ ਨੇ ਐਜੂਕੇਸ਼ਨ ਇੰਡੀਆ ਦੇ ਵਿੱਚ ਮਦਦ ਵਾਸਤੇ ਅਸੀਂ ਕਾਫੀ ਕੰਮ ਕੀਤਾ। ਉਹਦੇ ਵਿੱਚ ਬਹੁਤ ਘੱਟ ਲੜਕੀਆਂ ਸਾਨੂੰ ਅਪਲਾਈ ਕਰਦੀਆਂ ਹੁੰਦੀਆਂ ਸੀ, ਔਰ ਜਿਹੜੀਆਂ ਕਰਦੀਆਂ ਵੀ ਸੀ ਉਹਨਾਂ ਦੀ ਜਿਹੜਾ ਮਿਆਰ ਸੀਗਾ ਉਹ ਇੰਨਾ ਉੱਚਾ ਨਹੀਂ ਸੀਗਾ। ਕਹਿਣ ਦਾ ਭਾਵ ਇਹ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਸਮਾਜ ਨੂੰ ਉੱਚਾ ਚੱਕਣਾ ਤੇ ਸਾਨੂੰ ਔਰਤਾਂ ਨੂੰ ਉੱਚੀ ਵਿੱਦਿਆ ਦੇਣੀ ਪਵੇਗੀ, ਅਦਰਵਾਇਜ਼ ਉਹ ਗੱਲ ਨਹੀਂ ਬਣਨ ਵਾਲੀ। ਬਿਲਕੁਲ। ਡਾਕਟਰ ਸਾਹਿਬ ਨੇ ਜਿਹੜੇ ਤੁਸੀਂ ਕਾਰਵਾਂ ਦੀ ਗੱਲ ਕੀਤੀ, ਕਾਰਵਾਂ ਦਾ ਉਹਨਾਂ ਦਾ ਮਤਲਬ ਇਹ ਸੀ ਕਿ ਜਿਹੜਾ ਲੋਕ ਆ ਸਾਡੇ ਉਹ ਪੋਲੀਟੀਕਲੀ, ਇਕਨੋਮਿਕਲੀ ਔਰ ਸੋਸ਼ਲੀ ਡਿਵੈਲਪ ਹੋਣ ਪ੍ਰੋਪਰਲੀ। ਅੱਜ ਜ਼ਮਾਨਾ ਇੰਟਰਨੈਟ ਦਾ ਹੈ, ਅੱਜ ਸਾਡੇ ਕੋਲ ਚਾਂਸ ਹੈਗਾ। ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਜਿਹੜੇ ਬੁੱਧੀਜੀਵੀ ਸੀ ਹਿੰਦੁਸਤਾਨ ਦੇ, ਭਾਰਤ ਦੇ, ਉਹਨਾਂ ਨੇ ਆਪਣੀ ਲੜਕੀਆਂ ਨੂੰ ਉੱਚੀ ਵਿੱਦਿਆ ਦੇਣੀ ਸ਼ੁਰੂ ਕਰਤੀ ਸੀ। ਇਹ ਅੱਜ ਤੋਂ 1920 ਦੀ ਗੱਲ ਹੈ। ਹੁਣ ਤੁਸੀਂ ਅੰਦਾਜ਼ਾ ਲਾਓ, ਅੱਜ ਉਹੀ ਲੜਕੀਆਂ ਤੁਸੀਂ ਇੰਡੀਆ ਦੇ ਚੈਨਲ ਚੱਕ ਕੇ ਦੇਖ ਲਓ ਕਿੰਨੀ ਪਾਰਟਿਸਿਪੇਸ਼ਨ ਕਰ ਰਹੀਆਂ ਔਰ ਧੜਲੇ ਨਾ ਕਰ ਰਹੀਆਂ। ਤੇ ਜੇ ਅਸੀਂ ਆਪਣੀ ਲੜਕੀਆਂ ਨੂੰ ਉੱਚੀ ਦੇ ਦੇਵਾਂਗੇ ਤਾਂ ਡੈਫੀਨਿਟਲੀ ਉਹ ਧੜਲੇ ਨਾਲ ਪਾਰਟਿਸਿਪੇਸ਼ਨ ਸਮਾਜ ਵਿੱਚ ਕਰ ਸਕਦੀਆਂ। ਮੈਂ ਚਾਹੁੰਦਾ ਹਾਂ ਕਿ ਜੇ ਸਾਡੇ ਵਿਚਾਰ ਹੈ ਉਹ ਇਸ ਪਾਸੇ ਨੂੰ ਝੁਕਣੇ ਚਾਹੀਦੇ ਆ ਕਿ ਅਸੀਂ ਇਹੋ ਜਿਹੀ ਇੰਸਟੀਟਿਊਸ਼ਨ ਉੱਥੇ ਖੋਲੀਏ ਜਿਹਦੇ ਉੱਚੀ ਵਿੱਦਿਆ ਔਰ ਵਿਚਾਰਵਾਨ ਵਿੱਦਿਆ ਲੜਕੀਆਂ ਨੂੰ ਦਿੱਤੀ ਜਾਵੇ। ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਵੀਰ ਜੀ, ਤੁਸੀਂ ਬਹੁਤ ਅੱਛੇ ਵਿਚਾਰ ਕੀਤੇ। ਦੋ ਗੱਲਾਂ ਬਹੁਤ ਇੰਪੋਰਟੈਂਟ ਕਰਕੇ ਗਏ ਹੋ। ਇੱਕ ਤਾਂ ਇਹ ਕਿ ਵੀ ਜਿਹੜੇ ਬਾਬਾ ਸਾਹਿਬ ਦੇ ਵਿਚਾਰ ਅਸੀਂ ਆਪਾਂ ਉਹਨਾਂ ਬਾਰੇ ਵਿਚਾਰ ਕਰ ਰਹੇ ਹਾਂ ਵੀ ਕੀ ਉਹ ਵਿਚਾਰਧਾਰਾ ਪ੍ਰੋਪਰਲੀ ਤੌਰ 'ਤੇ ਅਪਣਾਈ ਗਈ, ਜਿਹਦਾ ਕਿ ਆਨਸਰ ਹੈ ਜਿਸ ਲੈਵਲ 'ਤੇ ਹੋਣੀ ਚਾਹੀਦੀ ਸੀ ਉਸ ਲੈਵਲ 'ਤੇ ਨਹੀਂ। ਇਹ ਗੱਲ ਬਿਲਕੁਲ ਟਰੂ ਆ। ਦੂਸਰੀ ਗੱਲ ਉਹਨਾਂ ਨੇ ਕਹੀ ਬੱਚੀਆਂ ਦੀ ਐਜੂਕੇਸ਼ਨ ਦੇ ਬਾਰੇ 'ਚ, ਉਹਦੇ ਵਿੱਚ ਮੈਂ ਗੱਲ ਕਰਨਾ ਕਿ ਜਦੋਂ ਅਸੀਂ ਨਿਆਣੇ ਸੀ ਤਾਂ ਸਾਡੀਆਂ ਬੱਚੀਆਂ ਸਾਈਕਲ ਨਹੀਂ ਸੀ ਚਲਾ ਸਕਦੀਆਂ। ਅੱਜ ਸਾਡੀਆਂ ਲੜਕੀਆਂ ਜੱਜ ਵੀ ਹੈ। ਅੱਜ ਸਾਡੇ ਬੱਚੇ ਵਕੀਲ ਤਾਂ ਆਮ ਆ ਨਾ। ਬਿਲਕੁਲ ਬਿਲਕੁਲ। ਤੇ ਤਰੱਕੀ ਹੋਈ ਆ ਪਰ ਸਲੋ ਹੋਈ ਆ। ਆਪਾਂ ਨੂੰ ਹਮਲਾ ਮਾਰਨ ਦੀ ਲੋੜ ਆ। ਤੁਸੀਂ ਬਿਲਕੁਲ ਸਹੀ ਕਿਹਾ ਕਿ ਸਾਨੂੰ ਇਸ ਦਿਸ਼ਾ ਵੱਲ ਨੂੰ ਤੁਰਨ ਦੀ ਬਿਲਕੁਲ ਲੋੜ ਹੈਗੀ ਆ। ਅਸੀਂ ਤੁਹਾਡਾ ਬਹੁਤ ਹੈਲੋ ਜੀ, ਕੌਣ ਤੋਂ ਸਵਾਗਤ ਹੈ ਜੀ। ਹੈਲੋ ਗੁੱਡ ਈਵਨਿੰਗ। ਗੁੱਡ ਈਵਨਿੰਗ। ਗੁੱਡ ਨਿਊਜ਼ ਜੀ। ਹੈਲੋ, ਮੈਂ ਅੱਜ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸਾਂ। ਡਾਕਟਰ ਅੰਬੇਦਕਰ ਨੂੰ ਤੁਸੀਂ ਟ੍ਰਿਬਿਊਟ ਪੇਸ਼ ਕਰ ਰਹੇ ਹੋ, ਜਿਨ੍ਹਾਂ ਨੇ ਪਾਕਿਸਤਾਨ ਦੀ ਇੰਡੀਆ ਦੀ ਕਨਸਟੀਟਿਊਸ਼ਨ ਲਿਖੀ। ਮੈਂ ਕਿਸੇ ਪ੍ਰੋਗਰਾਮ ਸੁਣ ਰਿਹਾ ਸਾਂ ਕਿ ਸੰਨ 1941 ਚ ਉਹਨਾਂ ਨੇ ਪਾਕਿਸਤਾਨ ਦੇ ਬਾਰੇ 'ਚ ਕੋਈ ਕਿਤਾਬ ਲਿਖੀ ਸੀ। ਹਾਂਜੀ, ਥਾਟ ਔਨ ਦੀ ਪਾਕਿਸਤਾਨ। ਹਾਂਜੀ, ਥਾਟਸ ਔਨ ਪਾਕਿਸਤਾਨ। ਇਹਦਾ ਮਤਲਬ ਹੈ ਕਿ ਉਹ ਕਿਸੇ ਪੋਲੀਟੀਕਲ ਰਿਲੀਜਨ ਜਾਂ ਕਿਸੇ ਬਾਇਸ ਨਹੀਂ ਸਨ, ਸਾਰਿਆਂ ਨੂੰ ਬਰਾਬਰ ਦਾ ਉਹ ਸਮਝਦੇ ਸਨ। ਉਹ ਮਹਾਨ ਹਸਤੀ ਭਾਰਤ ਦੀ ਹੋਈ ਆ, ਇਕੱਲੇ ਇੱਕ ਤਬਕੇ ਦੀ ਨਹੀਂ ਹੈ। ਹਾਂਜੀ, ਉਹ ਤਾਂ ਦੁਨੀਆ ਦੀ ਮਹਾਨ ਹਸਤੀ ਸੀ ਡਾਕਟਰ ਸਾਹਿਬ। ਹਾਂ ਬਿਲਕੁਲ ਬਿਲकुल। ਮਤਲਬ ਉਹਨਾਂ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਮੁਤਲਕ ਕਿਤਾਬ ਲਿਖੀ ਤੇ ਇਹਦਾ ਮਤਲਬ ਹੈ ਕਿ ਉਹ ਕਿਸੇ ਦੇ ਬਾਇਸ ਬਿਲਕੁਲ ਨਹੀਂ ਸਨ। ਬਿਲਕੁਲ ਨਹੀਂ ਸੀ। ਹਾਂਜੀ ਹਾਂਜੀ ਹਾਂਜੀ। ਤੇ ਵੈਰੀ ਗੁੱਡ ਥਿੰਗ ਤੇ ਉਹਨਾਂ ਟ੍ਰਿਬਿਊਟ ਵਾਕਈ ਮੇਰੇ ਵੱਲੋਂ ਮੈਂ ਵੀ ਉਹਨਾਂ ਨੂੰ ਟ੍ਰਿਬਿਊਟ ਪੇਸ਼ ਕਰਨਾ ਤੇ ਕਿਉਂਕਿ ਇਹ ਹਸਤੀਆਂ ਬਹੁਤ ਕਮ ਪੈਦਾ ਹੁੰਦੀਆਂ ਨੇ। ਥੈਂਕ ਯੂ ਜੀ। ਥੈਂਕ ਯੂ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਬਾਬਾ ਸਾਹਿਬ ਨੇ ਖੁਦ ਵੀ ਕਿਹਾ ਸੀ ਵੀ ਜਦੋਂ ਮੁਲਕ ਦੀ ਗੱਲ ਆਊ ਤਾਂ ਮੇਰਾ ਮੁਲਕ ਭਾਰਤ ਆ। ਬਿਲਕੁਲ। ਤੇ ਜਦੋਂ ਵਿਦਨ ਦੀ ਮੁਲਕ ਗੱਲ ਹੋਊ ਤਾਂ ਫਿਰ ਮੇਰਾ ਸਮਾਜ ਆ। ਬਿਲਕੁਲ, ਇਹ ਵੀ ਗੱਲ ਠੀਕ ਸੀ। ਜਾਂ ਜਿਹੜੇ ਵੀ ਬੰਦੇ ਜਿਹੜੇ ਬੰਦੇ ਸਫ਼ਰ ਕਰ ਰਹੇ ਆ ਉਹਨਾਂ ਦੀ ਤਰੱਕੀ ਹੋਣੀ, ਉਹਨਾਂ ਦਾ ਸੁਧਾਰ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ। ਔਰ ਉਹਨਾਂ ਨੇ ਹਰ ਓਪਰਚੁਨਿਟੀ ਉਹ ਗ੍ਰੈਬ ਕੀਤੀ ਜਿੱਥੇ ਉਹਨਾਂ ਨੂੰ ਕੋਈ ਗੱਲ ਕਰਨ ਦਾ ਮੌਕਾ ਮਿਲਿਆ। ਬਿਲਕੁਲ ਬਿਲਕੁਲ ਬਿਲਕੁਲ। ਅੱਛਾ, ਆਪਣਾ ਟਾਈਮ ਜਿਹੜੇ ਹੋ ਚੱਲਿਆ, ਦੱਸੋ ਵੀ ਅੱਜ ਦੇ ਦੌਰ ਵਿੱਚ ਜਿਹੜੇ ਪੜ੍ਹੇ ਲਿਖੇ ਲੋਕ ਹੈਗੇ ਆ ਪੂਰੀ ਦੁਨੀਆ ਦੇ, ਉਹ ਬਾਬਾ ਸਾਹਿਬ ਨੂੰ ਬੜੇ ਸਤਿਕਾਰ ਨਾਲ ਦੇਖ ਰਹੇ ਆ। ਜਿਹੜੇ ਬੰਦੇ ਵਾਸਤੇ ਮਿਸ਼ਨ ਤੇ ਉਹਨਾਂ ਦੀ ਇੱਕ ਬਹੁਤ ਵੱਡੀ ਮੈਂ ਕਹਿੰਦਾ ਕੰਟਰੀਬਿਊਸ਼ਨ ਆ। ਉਹਨਾਂ ਨੇ ਯੂਨੀਵਰਸਿਟੀਆਂ ਤੱਕ ਜਾਂ ਪਹੁੰਚ ਕਰਕੇ ਇੱਥੇ ਦੀ ਪਾਰਲੀਮੈਂਟ ਤੱਕ ਪਹੁੰਚ ਕਰਕੇ ਬਾਬਾ ਸਾਹਿਬ ਦੀ ਗੱਲ ਨੂੰ ਪਹੁੰਚਾਇਆ। ਬਿਲਕੁਲ ਬਿਲਕੁਲ। ਅੱਜ ਕੱਲ੍ਹ ਬਹੁਤ ਹਾਈ ਲੈਵਲ 'ਤੇ ਸਤਿਕਾਰ ਹੋ ਰਿਹਾ ਪੜ੍ਹਿਆ ਲਿਖੇ ਲੋਕਾਂ ਵਿੱਚ।
ਪਰ ਜਿਹੜਾ ਭਾਰਤ ਦਾ ਸਮਾਜ ਆ ਉਹ ਸਵੀਕਾਰ ਕਰਨ ਨੂੰ ਤਿਆਰ ਨਹੀਂ। ਹੈਲੋ ਜੀ, ਕੌਣ ਤੋਂ ਕਿੱਥੋਂ ਬੋਲਦੇ ਆ? ਹੈਲੋ ਜੀ। हेलो मेहर साहब एंड डॉक्टर साहब। हाँ जी, हाँ जी, वेलकम जी, वेलकम जी। वेलकम एंड नमस्कार दोनों भरावां नूं। हाँ जी, तुहानूं भी जी। I want to be very polite। ठीक है जी। जित्थों तक डॉक्टर साहब जात पात का संबंध है, मैं तो बिलीव तुसीं भी नहीं करते, मैं कहना जात पात है ही नहीं। इस करके मैं कहना नहीं है कि जात पात थोड़ी रोटी पे मैं तो एक गल यकीन करता, जेदी कोठी दाने उहदे कमले भी सियाणे। जे थोड़ी रोटी चंगी है ना डॉक्टर साहब, तो थोड़ी जात भी चंगी है, थोड़ा रंग भी चंगा, थोड़ा सब कुछ चंगा। जे रोटी माड़ी है तो फिर मतलब थोड़ा सब कुछ ही माड़ा। मैं अपने समाज देखा, पर रोटी चंगी कितना हो गई? रोटी चंगी देखो, धर्म ने ना थोड़ी रोटी नहीं देनी। धर्म ने थोड़ा नहीं सिखाना भी कार कितना चलानी है, मैकेनिक कितना बनना, पायलट कितना बनना, साइंटिस्ट कितना बनना, डॉक्टर कितना बनना। ये साइंस ये थोड़ा धर्म ने नहीं सिखाना। ये तो थोड़ा परसनल रिलेशनशिप टू गॉड। हाँ जी, तुम चाहे पत्थर नूं मन्नी जाओ, चाहे तस्वीर नूं मन्नी जाओ, किसी महापुरुष नूं मन्नी जाओ। इट्स अ वेरी पर्सनल रिलेशनशिप टू द गॉड। दूसरे ना ਇਹਦਾ कोई संबंध नहीं गा। अच्छा, एक्सक्यूज मी, ਇੱਥੇ ਗॉड ਦੀ ਗੱਲ ਕੀਤੀ ਕਹਿਣਾ? ਹਾਂਜੀ, ਗॉड ਦੀ ਗੱਲ ਤਾਂ ਅਸੀਂ ਕੀਤੀ ਨਹੀਂ ਕੋਈ ਵੀ। अच्छा, मैं शायद तुसीं पहला गल कीती सी, अगर मैं तुहानूं सुन, मैं लाइन ते सीगा ते ओह मैनूं माफी चाहना। तो मैं ना उपर कमरे च गया तो मतलब उत्थे मैं तुहानूं सुनिया नहीं कि किहदी गल चल रही सीगी, तो मैं लाइन लाउण दी कोशिश की, भाई लाइन लगी नहीं हैगी। तो मैं सोचिया सी कि तुसीं इस टॉपिक ते गल कर रहे हो कि भाई हो सकदा मैं गल दवां। हेलो, हाँ हाँ, सुन रहे जी। हो सकदा मैनूं फिर मतलब जी सबजैक्ट दा चंगी तरह नहीं पता लगा होगा। ਅਸੀਂ ਡਾਕਟਰ ਅੰਬੇਦਕਰ ਦਾ ਨਿਰਵਾਣ ਦਿਵਸ ਯਾਨੀ ਕਿ ਉਹ 6 ਨੂੰ ਹੈ, ਉਹ ਪ੍ਰੋਗਰਾਮ ਕਰ ਰਹੇ ਹਾਂ ਡਾਕਟਰ ਅੰਬੇਦਕਰ ਬਾਰੇ। ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸੀ ਅਸੀਂ। ਅੱਛਾ, ਹਾਂ, ਤੁਸੀਂ ਵਿੱਚ ਗॉडिज्म ਲਾਇਆ, ਮੈਂ ਸਰਪ੍ਰਾਈਜ਼ ਹੋਇਆ। ਉੱਥੋਂ ਇਹ ਗੱਲ ਚੱਲੀ ਸੀ ਕਿ ਜਾਤ ਪਾਤ ਤੋਂ ਗੱਲ ਚੱਲ ਰਹੀ ਸੀਗੀ ਤੇ ਮੈਂ ਗਲਤ ਸਮਝਿਆ ਕਿ ਤੁਸੀਂ, ਮੈਂ ਉਸ ਤੋਂ ਬਾਅਦ ਮੈਂ ਪ੍ਰੋਗਰਾਮ ਸੁਣਿਆ ਨਹੀਂ, ਮੈਂ ਆਪਣੇ ਕਮਰੇ ਸੀਗਾ ਜਿੱਥੇ ਮੈਂ ਤੁਹਾਡੇ ਨਾਲ ਗੱਲ ਕਰ ਸਕਦਾ ਸੀਗਾ। ਉੱਥੋਂ ਮੈਨੂੰ ਮੁੜ ਜਿਹਾ ਭੁਲੇਖਾ ਲੱਗਾ ਕਿ ਤੁਸੀਂ ਇਹ ਜਾਤ ਪਾਤ ਦੇ ਚੱਕਰ 'ਚ ਕਰ ਰਹੇ ਹੋ, ਧਰਮ 'ਤੇ ਗੱਲ ਕਰ ਰਹੇ ਹੋ। ਹਾਂਜੀ, ਮੈਨੂੰ ਇਹ ਚੀਜ਼ ਦਾ ਨਹੀਂ ਸੀ ਪਤਾ, ਵਿੱਚ ਆਈ ਸਿੰਸੀਅਰਲੀ ਅਪੋਲੋਜਾਈਜ਼। ਕੋਈ ਨਹੀਂ, ਪੂਰਾ ਭਾਰਤ ਇਸ ਲਈ ਲੜਾਈ ਕਰ ਰਿਹਾ ਕਿ ਵੀ ਜਾਤ ਪਾਤ ਤੋਂ ਸਾਨੂੰ ਛੁਟਕਾਰਾ ਮਿਲੇ। ਇਸੇ ਕਰਕੇ ਮੈਂ ਗੱਲ ਕੀਤੀ, ਫਾਈਟ ਹੋ ਰਹੀ ਆ। ਤੁਸੀਂ ਕਹਿ ਰਹੇ ਹੋ ਜਾਤ ਪਾਤ ਹੈ ਨਹੀਂ, ਗੱਲ ਕਰਦੇ ਆ। ਤੁਸੀਂ ਕਹਿੰਦੇ ਜਾਤ ਪਾਤ ਕਹਿੰਦਾ ਕਿ ਜਾਤ ਪਾਤ ਹੈ ਨਹੀਂ। ਰਾਈਟ, ਜਾਤ ਪਾਤ ਤੁਹਾਡੀ ਰੋਟੀ ਆ। ਸਾਨੂੰ ਜਿਹੜੇ ਤੁਹਾਨੂੰ ਰੋਟੀ ਕਿੱਦਾਂ ਮਿਲ ਸਕਦੀ ਆ, ਉਹ ਇਹ ਆ ਕਿ ਤੁਹਾਨੂੰ ਪੜ੍ਹਨਾ ਪਊਗਾ, ਤੁਹਾਨੂੰ मतलब अपने किस्म का सीखना पड़ेगा, ਤੁਹਾਨੂੰ ਕਾਰਪੈਂਟਰ ਨੂੰ ਪੜ੍ਹਨਾ ਪਊਗਾ, ਤੁਹਾਨੂੰ ਬ੍ਰਿਕਲੇਅਰ ਪੜ੍ਹਨਾ ਪਊਗਾ, ਤੁਹਾਨੂੰ ਰੋਟੀ ਆਪਣੀ ਕਮਾਉਣੀ ਪਏਗੀ। ਰਾਈਟ, ਜੇ ਮੈਨੂੰ ਕੋਈ ਨਿਯਮਾਂ ਸਮਝਦਾ ਤਾਂ ਮੈਨੂੰ ਉਹਦੀ ਕੀ ਪਰਵਾਹ ਹੈ, ਜਾਂ ਮੇਰੀ ਰੋਟੀ ਠੀਕ ਹੈ ਤਾਂ। ਰਾਈਟ, ਇਹ ਜਿਹੜੀਆਂ ਜਾਤ ਪਾਤ ਦੀਆਂ ਭਾਰੀ ਝਗੜੇ ਆ ਨਾ, ਇਹ ਸਿਰਫ ਰੋਟੀ ਦੇ ਝਗੜੇ ਆ। ਇਹ ਤੋਂ ਉੱਤੇ ਕੋਈ ਜਾਤ ਪਾਤ ਨਹੀਂ ਹੈਗੀ। ਜੇ ਪਰ ਇੱਕ ਦੂਸਰਾ ਆਦਮੀ ਮੈਨੂੰ ਕਹਿੰਦਾ ਵੀ ਤੇਰੀ ਨਾ ਜਾਤ ਨਹੀਂ ਆ, ਅਗਰ ਮੇਰੀ ਰੋਟੀ ਚੰਗੀ ਹੈ, ਮੈਨੂੰ ਕੰਮ ਮੇਰੇ मतलब ਤੂੰ ਮੇਰੇ ਤੋਂ ਨਹੀਂ ਆਏਗਾ। ਆਪਣੇ ਸੁਮਨ ਸਾਹਿਬ ਜੀ, ਤੁਸੀਂ ਓਰੀਜਨਲੀ ਇੰਡੀਆ ਤੋਂ ਆਏ ਜਾਂ ਕਿਤੇ ਹੋਰ ਮੁਲਕ ਤੋਂ ਆਏ ਆ? ਮੈਂ ਇੰਡੀਆ ਤੋਂ ਆਇਆ ਚੰਗੀ ਤਰ੍ਹਾਂ। ਓਕੇ, ਥੈਂਕ ਯੂ। ਕਰੋ ਗੱਲ ਆਪਣੀ। ਤੁਸੀਂ ਮੈਨੂੰ ਕਿੱਦਾਂ ਕੁਐਸਚਨ ਕੀਤਾ, ਮੈਂ ਕਿ ਤੁਹਾਡੇ ਦਿਮਾਗ 'ਚ ਇਹ ਆ ਵੀ ਮੈਨੂੰ ਇੰਡੀਆ ਦਾ ਕੁਝ ਨਹੀਂ ਪਤਾ। ਮੈਂ ਕਿਉਂਕਿ ਉੱਥੇ ਜਾਤ ਪਾਤ ਆ, ਕਿਉਂਕਿ ਜਿਹੜਾ ਕਾਸਟ ਸਿਸਟਮ ਉਹ ਇੰਡੀਆ ਦਾ ਢਾਂਚਾ ਹੋਇਆ, ਔਰ ਤੁਸੀਂ ਕਹਿੰਦੇ ਹੋ ਹੈ ਨਹੀਂ ਉੱਥੇ। ਭਾਜੀ ਮੈਂ ਮੰਨਦਾ ਤੁਹਾਡੀ ਗੱਲ। ਹਾਂਜੀ, ਕਾਸਟ ਸਿਸਟਮ ਮੈਂ ਮੰਨਦਾ ਤੁਹਾਡੀ ਗੱਲ। ਕਾਸਟ ਸਿਸਟਮ ਸਾਰਾ ਗਰੀਬੀ ਦਾ ਆ। ਰਾਈਟ, ਜਿੰਨਾ ਚਿਰ ਸਾਡੇ ਘਰਾਂ ਚੋਂ ਗਰੀਬੀ ਨਹੀਂ ਨਿਕਲਦੀ, ਗਰੀਬੀ ਕਿੱਦਾਂ ਨਿਕਲੂਗੀ? ਜਿਸ ਵੇਲੇ ਸਾਡੇ ਬੱਚੇ ਪੜ੍ਹ ਲਿਖ ਜਾਣਗੇ, ਆਪਣਾ ਕਿਸਮ ਸਿੱਖਣਗੇ, ਆਪਣੇ ਕਾਰੀਗਰ ਬਣਨਗੇ, ਆਪਣੀ ਰੋਟੀ ਕਮਾ ਸਕਣਗੇ। ਰਾਈਟ, ਫਿਰ ਤੁਹਾਡੀ ਜਾਤ ਦਾ ਕੋਈ ਮਤਲਬ ਨਹੀਂਗਾ। ਜਿਹੜਾ ਸਮਝਦਾ ਉਹਨੂੰ ਕਹੇ ਤੇਰੇ ਤੂੰ ਆਪਣੀ ਜਾਤ ਆਪਣੇ ਘਰ 'ਚ ਰੱਖ, ਮੈਂ ਮੇਰੀ ਜਿਹੜੀ ਜਾਤ ਉਹ ਠੀਕ ਠਾਕ ਆ। ਰਾਈਟ, ਇਹ ਜਾਤ ਦਾ ਚੱਕਰ ਉਹਨਾਂ ਚੱਕੀ ਆ ਭਾਜੀ ਜਿੰਨਾ ਚੱਕ ਸਾਡੇ ਘਰਾਂ 'ਚ ਗਰੀਬੀ ਆ। ਰਾਈਟ, ਗਰੀਬੀ ਸਭ ਤੋਂ ਪਹਿਲੀ ਜਾਤ ਹੈ, ਗਰੀਬੀ ਸਭ ਤੋਂ ਨੀਵੀਂ ਜਾਤ ਹੈ। ਜਿਹੜੀ ਗਰੀਬੀ ਆ ਉਹ ਜਾਤ ਕਰਕੇ ਆ। ਇਹ ਆਰਗੂਮੈਂਟ ਕਿੱਥੇ ਖਤਮ ਹੋਊਗੀ? ਜਾਤ ਪਾਤ ਜਿਹੜਾ ਕਰਦਾ ਕਰੀ ਜਾਵੇ, ਜਿਹਨੂੰ ਤਕਲੀਫ ਹੈ ਕਰੀ ਜਾਵੇ, ਜਿਹਨੂੰ ਸਵਾਬ ਮੰਗ ਕੇ ਧਰਨਾ ਉਹ ਫਿਰੀ ਜਾਵੇ, ਜਿਹਨੂੰ ਮੰਤਰਾ ਮਸੀਤਾ ਮੱਥੇ ਟੇਕਣ ਕਰੀ ਜਾਵੇ, ਜਿਹੜਾ ਮੈਨੂੰ ਸਮਝਦਾ ਉਹ ਕਰੀ ਜਾਵੇ। ਵਾਟ ਹੈਜ਼ ਗੋਟ ਵਿਦ ਮੀ ਇਸ ਮੌਕੇ ਤੇ ਨਹੀਂ ਆਪਾਂ ਨੂੰ ਫਰਕ ਪੈਂਦਾ। ਸੁਮਨ ਸਾਹਿਬ ਜੀ, ਤੁਹਾਡੇ ਵਿਚਾਰਾਂ ਦਾ ਬਹੁਤ ਬਹੁਤ ਧੰਨਵਾਦ। ਟਾਈਮ ਹੋ ਗਿਆ, ਸਮ ਅਪ ਕਰਨ ਦਾ। ਕੁਐਸਚਨ ਮੀ ਕਿ ਤੂੰ ਕਿੱਥੋਂ ਆਇਆ? ਮੈਂ ਇੰਡੀਆ ਤੋਂ ਆਇਆ। 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 ਇੰਡੀਆ ਤੋਂ ਆਇਆ।
हाँ जी ਮੈਨੂੰ ਇਹ ਚੀਜ਼ ਦੀ ਸਮਝ ਲੱਗੀ ਤੇ ਮੈਂ ਤਾਂ ਕੁਐਸਚਨ ਕੀਤਾ, ਮੈਂ ਕਿੱਥੋਂ ਆਇਆ, ਮੈਂ ਤੁਹਾਨੂੰ ਇਹ ਗੱਲ ਦੱਸੀ ਕਿ ਠੀਕ ਹੈ ਮੰਨਦਾ ਉੱਥੇ ਜਾਤ ਪਾਤ ਹੈਗੀ ਆ, ਪਰ ਜਾਤ ਪਾਤ ਸਭ ਤੋਂ ਵੱਡੀ ਜਾਤ ਪਾਤ ਗਰੀਬੀ ਆ। ਨਹੀਂ, ਮੈਨੂੰ ਇਸ ਗੱਲ ਦੀ ਹੈਰਾਨੀ ਹੋਈ ਹੈ ਸੁਮਨ ਸਾਹਿਬ ਵੀ ਤੁਸੀਂ ਕਿਹਾ ਵੀ ਜਾਤ ਪਾਤ ਹੈ ਨਹੀਂ, ਮੈਂ ਕਹਿੰਦਾ ਮੈਂ ਗ੍ਰਾਮ ਤੇ ਉਸ ਗੱਲ ਨੇ ਮੈਨੂੰ ਹੈਰਾਨ ਕੀਤਾ। ਮੈਂ ਗਰੀਬੀ ਦੀ ਜਾਤ ਪਾਤ ਆ, ਜਿੱਦਾਂ ਤੁਹਾਡੇ ਘਰ ਜੋ ਗਰੀਬੀ ਟੁੱਟ ਗਈ ਨਾ, ਮੈਨੂੰ ਕੋਈ ਪਰਵਾਹ ਨਹੀਂ ਕਿਹੜਾ ਬ੍ਰਾਹਮਣ ਹੈ ਦਾ ਕਿਹੜਾ ਫਲਾਣਾ, ਮੈਨੂੰ ਕੋਈ ਪਰਵਾਹ ਨਹੀਂ ਹੈਗੀ। ਠੀਕ ਹੈ ਜੀ, ਠੀਕ ਹੈ। ਸਾਰੀ ਗਰੀਬੀ ਦੀ ਹੈ, ਗਰੀਬੀ ਉਦੋਂ ਨਿਕਲਣੀ ਹੈ ਜਦ ਸਾਡੇ ਬੱਚੇ ਪੜ੍ਹ ਲੈ ਗਏ, ਤੁਸੀਂ ਆਰਮੀ ਚਲ ਗਿਆ, ਪੁਲਿਸ ਚਲੇ ਗਏ। ਥੈਂਕ ਯੂ ਵੈਰੀ ਮਚ, ਤੁਸੀਂ ਬਹੁਤ ਵਧੀਆ ਆਪਣੇ ਵਿਚਾਰ ਕੀਤੇ। ਸੌਰੀ ਆਈ ਕਾਂਟ ਕੈਰੀ ਔਨ, ਟਾਈਮ ਹੋ ਗਿਆ ਆਪਾਂ ਫਿਨਿਸ਼ ਕਰਦਾ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਡਾਕਟਰ ਸਾਹਿਬ, ਪ੍ਰੋਗਰਾਮ ਆਪਣਾ ਚਲਾ ਗਿਆ ਇਹਦੇ ਵਿੱਚ। ਸੋ ਸੁਮਨ ਸਾਹਿਬ ਨੇ ਹਲੇ ਹੋਰ ਗੱਲ ਕਰਨੀ ਸੀ, ਆਪਣਾ ਟਾਈਮ ਹੁਣ ਹੈਗਾ ਅਨਫੋਰਚੂਨੇਟਲੀ। ਤੁਸੀਂ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਆਪਾਂ? ਜਿਹੜੀ ਗੱਲ ਜਿੱਥੋਂ ਆਪਾਂ ਸ਼ੁਰੂ ਸੀ ਕੀਤੀ, ਹਾਂਜੀ, ਜਿਹੜਾ ਨਿਰਵਾਣ ਦਿਵਸ ਮਨਾਉਣ ਦਾ ਜਾਂ ਉਹਨਾਂ ਦਾ ਜਨਮ ਦਿਨ ਮਨਾਉਣ ਦਾ ਕਿਸੇ ਵੀ ਮਹਾਨ ਪੁਰਸ਼ ਦਾ ਮਕਸਦ ਸਿਰਫ ਇਹ ਹੁੰਦਾ, ਜੋ ਮੈਨੂੰ ਸਮਝ ਲੱਗਦੀ ਆ ਵੀ ਉਹਨਾਂ ਜਿਹੜੇ ਪਾਏ ਪੂਰਨੇ ਸੀ, ਜਿਹੜੀ ਕਾਫਲੇ ਦੀ ਗੱਲ ਵੀ ਹੈਗੀ ਹਾਂਜੀ, ਉਹ ਤਾਂ ਹੀ ਕਾਫਲਾ ਅੱਗੇ ਚੱਲ ਸਕਦਾ ਹੈਗਾ ਜੇ ਅਸੀਂ ਉਹਨਾਂ ਦੀਆਂ ਸਿੱਖਿਆਵਾਂ 'ਤੇ ਅਮਲ ਕਰੀਏ ਅਤੇ ਆਪਣਾ ਬਿਹੇਵੀਅਰ ਜਾਣੀ ਕਿ ਇਹੋ ਜਿਹਾ ਬਣਾਈਏ। ਸਮਝਣਾ ਬਹੁਤ ਜ਼ਰੂਰੀ ਹੈ। ਜੇ ਜਾਣੀ ਕਿ ਤਰਕ ਦੀ ਉਹਨਾਂ ਨੇ ਗੱਲ ਕੀਤੀ ਸੀ, ਤਰਕ ਦੀ ਗੱਲ ਕਰੀਏ, ਜੇ ਲੜਕੀਆਂ ਨੂੰ ਪੜ੍ਹਾਉਣ ਦੀ ਗੱਲ ਕੀਤੀ ਸੀ, ਔਰਤਾਂ ਨੂੰ ਬਰਾਬਰ ਦੀ ਹੱਕ ਦਿੱਤੀ ਸੀ, ਕੀ ਅਸੀਂ ਆਪਣੇ ਘਰ ਵਿੱਚ ਦਿੰਦੇ ਹਾਂ? ਇਟਸ ਵੈਰੀ ਈਜ਼ੀ ਟੂ ਪੁਆਇੰਟ ਆਊਟ ਫਲਾਣਾ ਪੋਲੀਟੀਸ਼ੀਅਨ ਯਾਰ ਨਹੀਂ ਕਰ ਰਿਹਾ, ਤੁਸੀਂ ਘਰ ਵਿੱਚ ਦਿੰਦੇ ਹਾਂ ਆਪਣੀਆਂ ਬੱਚੀਆਂ ਨੂੰ, ਕੀ ਅਸੀਂ ਬਰਾਬਰ ਦੇ ਹੱਕ ਦਿੱਤੇ ਆ? ਕੀ ਉਹਨਾਂ ਨੂੰ ਅਸੀਂ ਪੜ੍ਹਾਉਂਦੇ ਹਾਂ? ਜਾਂ ਕਿ ਜਿਸ ਤਰ੍ਹਾਂ ਕੁਐਸਚਨ ਕਿ ਆਪਣੇ ਬੋਲਸੋਲ ਤੋਂ ਜਿਹੜੇ ਸੀਗੇ ਉਹਨਾਂ ਨੇ ਕਿਹਾ ਵੀ ਅਸੀਂ ਕੁਛ ਕਰ ਰਹੇ ਹੈਗੇ ਹਾਂ। ਮੈਂ ਕਹਿੰਦਾ ਇਹੋ ਜਿਹਾ ਪ੍ਰੋਜੈਕਟ ਕਰਨ ਦੀ ਜ਼ਰੂਰਤ ਹੈਗੀ ਆ ਤਾਂ ਕਿ ਬੱਚਿਆਂ ਨੂੰ ਪੜ੍ਹਾਇਆ ਜਾਏ। ਜੇ ਕਿਸੇ ਇੱਕ ਲੜਕੀ ਨੂੰ ਤੁਸੀਂ ਪੜ੍ਹਾਉਂਦੇ ਆ ਤਾਂ ਸਾਰੀ ਕੁੱਲ ਪੜ੍ਹਦੀ ਹੈ। ਜੇ ਤੁਸੀਂ ਇੱਕ ਆਦਮੀ ਨੂੰ ਪੜ੍ਹਾਉਂਦੇ ਤੁਸੀਂ ਇਕੱਲੇ ਇੱਕ ਆਦਮੀ ਨੂੰ ਪੜ੍ਹਾਉਂਦੇ ਹੈਗੇ। ਇਹ ਮੰਨੀ ਗੱਲ ਆ। ਦੁਨੀਆ ਵਿੱਚ ਜਿਨ੍ਹਾਂ ਮੁਲਕਾਂ ਵਿੱਚ ਔਰਤਾਂ ਨੇ ਜ਼ਿਆਦਾ ਸਟੱਡੀ ਕੀਤੀ ਹੈ ਉਹ ਮੁਲਕ ਜ਼ਿਆਦਾ ਤਰੱਕੀ 'ਤੇ ਹੈ। ਦੇ ਹੈਵ ਬਿਕਮ ਮੋਰ ਸਿਵਲਾਈਜ਼, ਕਿਉਂਕਿ ਜਿਹੜੀ ਔਰਤ ਹੈਗੀ ਆ, ਜਿਹੜੀ ਮਾਂ ਹੈ, ਉਹ ਸਾਡੀ ਸਭ ਤੋਂ ਪਹਿਲਾ ਗੁਰੂ ਉਹ ਹੈ। ਸੋ ਮੈਂ ਸਮਝਦਾ ਵੀ ਔਰਤ ਦਾ ਪੜ੍ਹਨਾ ਇਨਕੇ ਬਹੁਤ ਜ਼ਰੂਰੀ ਹੈ। ਦੂਸਰਾ, ਉਹਨਾਂ ਨੇ ਕਹਿ ਲਿਆ ਵੀ ਵਹਿਮਾਂ ਭਰਮਾਂ ਵਿੱਚ ਜਾਣੀ ਕਿ ਨਾ ਤੁਸੀਂ ਪਵੋ, ਕਿਸੇ ਦੇੜੀ ਦੇਵਤੀ ਨੂੰ ਕਿਸੇ ਜਾਣੀ ਕਿ ਇਹੋ ਜਿਹੇ ਚੱਕਰ ਵਿੱਚ ਨਾ ਤੁਸੀਂ ਪਵੋ, ਉਹ ਵੀ ਨਹੀਂ ਅਸੀਂ ਹਟੇ ਹੈ। ਉਹ ਜਾਣੀ ਕਿ ਜਿਹੜਾ ਹੈਗਾ ਮੈਂ ਸਿਰਫ ਤਰਕ 'ਤੇ ਸੋਚਣ ਵਾਲੀ ਗੱਲ ਜਿਹੜੀ ਹੈ, ਜੇ ਉਹਨਾਂ ਨੇ ਧੰਮ ਦੀ ਗੱਲ ਕੀਤੀ ਹੈਗੀ, ਬਹੁਤ ਧੰਮ ਦੀ ਗੱਲ ਕੀਤੀ ਹੈ, ਉਹ ਵੀ ਤਰਕ ਹੈਗਾ। ਯਾਨੀ ਕਿ ਬੁੱਧ ਨੇ ਤਾਂ ਸਾਫ਼ ਕਿਹਾ ਹੈਗਾ ਯਾਨੀ ਕਿ ਤੁਸੀਂ ਉਸ ਗੱਲ ਨੂੰ ਨਾ ਮੰਨੋ ਜੋ ਮੈਂ ਕਹਿੰਦਾ ਕਿ ਜੋ ਤਰਕ 'ਤੇ ਨਹੀਂ ਕਿਸਵੱਟੀ 'ਤੇ ਬਹਿੰਦੀ ਉਸ ਨੂੰ ਤੁਸੀਂ ਮੰਨੋ। ਸੋ ਮੈਂ ਸਮਝਦਾ ਵੀ ਸਾਨੂੰ ਘਰੋਂ ਗੱਲ ਸਟਾਰਟ ਕਰਨੀ ਚਾਹੀਦੀ ਆ, ਕਿਸੇ ਦੇ ਪੁਆਇੰਟਡ ਫਿੰਗਰ ਕਰਨ ਦੀ ਬਜਾਏ, ਅਤੇ ਵੱਧ ਤੋਂ ਵੱਧ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਪੜ੍ਹਾਓ। ਜਿੱਥੇ ਤੁਹਾਡਾ ਬੇਇਨਸਾਫੀ ਹੁੰਦੀ ਉਹਦੇ ਡਟ ਕੇ ਖਿਲਾਫ ਯਾਨੀ ਕਿਹੜਾ ਹੈਗਾ ਤੁਸੀਂ ਔਰਗਨਾਈਜ਼ ਹੋ ਕੇ ਉਹਦਾ ਇਨਕ ਵਿਰੋਧ ਕਰਨਾ ਚਾਹੀਦਾ। ਥੈਂਕ ਯੂ ਡਾਕਟਰ ਸਾਹਿਬ। ਜਿਹੜਾ ਬੁੱਧ ਧੰਮ ਤੋਂ ਬੁੱਧ ਧਰਮ ਲੋਕ ਕਹਿਣ ਲੱਗ ਪਏ, ਇਹ ਵੀ ਅੱਖੀ ਇਹ ਤੇ ਆਪਾਂ ਫੇਕ ਤੇ ਕਰਾਂਗੇ। ਬਿਲਕੁਲ, ਇਹ ਤੇ ਪੂਰਾ ਪ੍ਰੋਗਰਾਮ ਕਰਨ ਦੀ ਗੱਲ ਹੈ। ਅੱਜ ਦੇ ਪ੍ਰੋਗਰਾਮ ਵਿੱਚ ਸਾਡਾ ਜਿਹੜਾ ਹੈਗੀ ਆ ਭਗਤੀ ਜਾਂ ਰੱਬ ਖੁਦਾ, ਇਹਦੇ ਵੱਲ ਅਸੀਂ ਬਿਲਕੁਲ ਨਹੀਂ ਸੀ ਗਏ, ਨਾ ਅਸੀਂ ਜਾਣਾ ਚਾਹੁੰਦੇ ਸੀ। ਅੱਜ ਦਾ ਪ੍ਰੋਗਰਾਮ ਸਿਰਫ ਸੀਗਾ ਬਾਬਾ ਸਾਹਿਬ ਦੀ ਜਿਹੜੀ ਲਾਈਫ 'ਤੇ ਜਿਹੜਾ ਉਹਨੇ ਕੰਮ ਕੀਤਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਸੀਗੇ। ਓਬਵੀਅਸਲੀ ਗੱਲ ਹੈਗੀ ਆ ਕਿ ਜਿਹੜਾ ਐਜੂਕੇਸ਼ਨ ਬਹੁਤ ਵੱਡਾ ਟੂਲ ਆ ਤਰੱਕੀ ਵਾਸਤੇ। ਸਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ, ਅਤੇ ਤਾਂ ਕਿ ਜਿਹੜੀ ਸਾਡੀ ਮੁਸ਼ਕਿਲ ਦਾ ਹੱਲ ਹੋ ਸਕੇ। ਬੱਚੇ ਪੜ੍ਹਨਗੇ, ਗੱਲ ਨੂੰ ਸਮਝਣਗੇ, ਸਾਡੀਆਂ ਜਿਹੜੀਆਂ ਹੈਗੀਆਂ ਕਮਜ਼ੋਰੀਆਂ ਉਹਨੂੰ ਦੂਰ ਕਰਨਗੇ। ਅੱਗੇ ਵਧਣ ਲਈ ਸਾਨੂੰ ਬਹੁਤ ਵਧੀਆ ਮੌਕੇ ਮਿਲ ਸਕਣਗੇ। ਐਜੂਕੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਆ। ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰਨੇ ਆ, ਸਲੂਟ ਬਾਬਾ ਸਾਹਿਬ ਨੂੰ ਜੋ ਉਹਨੇ ਕੀਤਾ। ਅਤੇ ਬਾਕੀ ਅਸੀਂ ਤੁਹਾਨੂੰ ਮਿਲ ਅਗਲੇ ਪ੍ਰੋਗਰਾਮ ਵਿੱਚ। ਸਾਰਿਆਂ ਦਾ ਧੰਨਵਾਦ, ਇਨਕਲੂਡਿੰਗ ਟੈਕਨੀਸ਼ੀਅਨਸ। ਬਾਕੀ ਮਿਲਾਂਗੇ ਅਗਲੇ ਹਫ਼ਤੇ। ਡਾਕਟਰ ਸਾਹਿਬ ਤੁਹਾਡਾ ਵੀ ਥੈਂਕ ਯੂ ਫॉर द कोर्स।